ਆਇਲਸ ਰਾਈਟਿੰਗ ਦੇ ਵਿੱਚ ਸਟੂਡੈਂਟਸ ਦਾ ਜਿਹੜਾ ਇੱਕ ਐਵਰੇਜ ਸਕੋਰ ਰਹਿੰਦਾ ਉਹ ਆਪਾਂ ਆਮ ਤੌਰ ਤੇ ਦੇਖਦੇ ਹਾਂ ਦੈਟ ਇਜ਼ 5.5। ਬਹੁਤ ਸਾਰੇ ਸਟੂਡੈਂਟਸ ਨੂੰ ਪ੍ਰੋਬਲਮਸ ਆਉਂਦੀਆਂ ਰਾਈਟਿੰਗ ਦੇ ਵਿੱਚ ਕਿ ਕੀ ਕਾਰਨ ਹੈਗਾ ਕਿ ਜ਼ਿਆਦਾਤਰ ਸਟੂਡੈਂਟਸ ਜਾਂ ਮੈਂ ਕਹਿ ਲਾਂ ਮੈਂ ਇੱਕ ਐਵਰੇਜ ਸਟੂਡੈਂਟ ਜਿਹੜਾ 5.5 ਤੋਂ ਉੱਪਰ ਜਾਣ ਦੇ ਲਈ ਹਮੇਸ਼ਾ ਜਦੋਜਹਿਦ ਕਰਦਾ ਵੀ ਕਿਵੇਂ ਇਹ ਸਾਰਾ ਕੁਝ ਕੀਤਾ ਜਾ ਸਕੇ, ਹਾਊ ਵੀ ਕੈਨ ਇੰਪਰੂਵ ਇਨ ਆਇਲਸ ਰਾਈਟਿੰਗ ਟਾਸਕ 1 ਇਨ ਆਇਲਸ ਰਾਈਟਿੰਗ ਟਾਸਕ 2। ਸੋ ਸਟੂਡੈਂਟ ਅੱਜ ਦੀ ਇਸ ਵੀਡੀਓ ਦੇ ਵਿੱਚ ਕੋਸ਼ਿਸ਼ ਕਰੂੰਗਾ ਕਿ ਐਕਸਪਲੇਨ ਕਰਾਂ ਕਿ ਕੀ ਉਹ ਰੀਜ਼ਨ ਹੈਗੇ ਆ ਕਿ ਕਿਉਂ ਸਟੂਡੈਂਟਸ ਨੂੰ 5.5 ਸਕੋਰ ਮਿਲਦਾ ਸਪੈਸ਼ਲੀ ਇਨ ਦਾ ਆਇਲਸ ਰਾਈਟਿੰਗ ਟਾਸਕ 2 ਐਂਡ ਸਟੂਡੈਂਟਸ ਵੀ ਆਰ ਗੋਇੰਗ ਟੂ ਡੂ this with accurate and officially provided marking criteria. You can see that we are going to use this marking criteria, that is writing task 2 band descriptor public version means कि official ਜਿਹੜੀ ਸਾਨੂੰ ਮਾਰਕਿੰਗ ਕ੍ਰਾਈਟੇਰੀਆ ਦੇ ਲਈ ਇੱਕ ਸਾਡਾ ਮਾਰਕਿੰਗ ਕ੍ਰਾਈਟੇਰੀਆ ਸੈੱਟ ਕੀਤਾ ਹੋਇਆ ਆਇਲਸ ਨੇ ਵੀ ਕਿਵੇਂ ਸਾਡਾ ਓਵਰਆਲ ਸਕੋਰ ਜਿਹੜਾ ਕਾਊਂਟ ਹੋਣਾ ਉਸ ਨੂੰ ਯੂਜ਼ ਕਰਕੇ ਅੱਜ ਦੱਸੂਗਾ ਕਿ ਕਿਵੇਂ 5.5 ਸਕੋਰ ਤੁਹਾਡਾ ਆ ਰਿਹਾ ਆਇਲਸ ਦੇ ਵਿੱਚੋਂ ਐਂਡ what things can you do in order to improve your score in IELTS writing task 2. So student, don't waste the time and let's get started the video. ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਮਝਾਂਗੇ ਕਿ ਕੀ ਕਾਰਨ ਹੈਗਾ ਕਿ ਜ਼ਿਆਦਾਤਰ ਸਟੂਡੈਂਟ ਆਇਲਸ ਰਾਈਟਿੰਗ ਦੇ ਵਿੱਚ 5.5 ਤੇ ਸਟਕ ਕਰ ਜਾਂਦੇ ਆ। ਔਰ ਐਸੇ ਲਾਉਂਗਾ ਤੁਹਾਡੇ ਸਾਹਮਣੇ ਇੱਕ ਐਸੇ ਪਿਆ ਐਗਜ਼ਾਮਪਲ ਦੇ ਤੌਰ ਤੇ ਜਿਸ ਨੂੰ ਮੈਂ ਯੂਜ਼ ਕਰੂੰਗਾ, ਮਾਰਕ ਕਰੂੰਗਾ, ਨਾਲ ਦੇਖਾਂਗੇ ਕਿ ਕੀ ਕਾਰਨ ਹੈਗੇ ਆ 5.5 ਸਕੋਰ ਆਉਣ ਦੇ, ਕਿਹੜੀਆਂ ਉਹ ਕੰਡੀਸ਼ਨਸ ਹੈਗੀਆਂ ਜਿਨ੍ਹਾਂ ਨੂੰ ਫੁੱਲਫਿਲ ਕਰਕੇ ਅਸੀਂ ਬੈਟਰ ਸਕੋਰ ਅਚੀਵ ਕਰ ਸਕਦੇ ਹਾਂ ਆਇਲਸ ਰਾਈਟਿੰਗ ਦੇ ਵਿੱਚ। ਸੋ ਸਟੂਡੈਂਟ, ਇਹ ਜਿਹੜਾ ਐਸੇ ਹੈਗਾ ਆਲਰੇਡੀ ਮੈਂ ਮਾਰਕ ਕਰ ਚੁੱਕਿਆ। ਇੱਕ ਮੌਕ ਟੈਸਟ ਦਾ ਐਸੇ ਹੈ ਜਿਹੜਾ ਕਿ ਮੈਂ ਆਪਣੇ ਸਟੂਡੈਂਟ ਦਾ ਹੀ ਕੰਡਕਟ ਕੀਤਾ ਹੋਇਆ ਔਰ ਤੁਸੀਂ ਦੇਖ ਸਕਦੇ ਇਹਦੇ ਵਿੱਚ ਨੰਬਰ ਆਫ ਮਿਸਟੇਕਸ ਹੈਗੀਆਂ ਜਿਹੜੀਆਂ ਮੈਂ ਕੀਤੀਆਂ ਹੋਈਆਂ। ਸੋ ਇਸ ਪਾਸੇ ਜਿਹੜਾ ਇਹਦਾ ਕੁਛ ਦੂਸਰੀ ਸਾਈਡ ਹੈਗੀ ਆ। ਸੋ ਇਹ ਸਾਰਾ ਟਾਸਕ 2 ਆਲਰੇਡੀ ਮੈਂ ਮਾਰਕ ਕੀਤਾ ਹੋਇਆ, ਬਟ ਤੁਹਾਨੂੰ ਸਮਝਾਉਣ ਦੇ ਲਈ ਇਸ ਨੂੰ ਮੈਂ ਟਾਈਪ ਕੀਤਾ ਹੈ ਤਾਂ ਕਿ ਤੁਹਾਨੂੰ ਈਜ਼ੀਲੀ ਕਲੀਅਰ ਪਤਾ ਲੱਗ ਜਾਵੇ ਕਿ ਲਿਖਿਆ ਕੀ ਹੈਗਾ। ਸੋ ਫਸਟ ਆਫ ਆਲ ਅਸੀਂ ਕੁਐਸਚਨ ਦੇਖਾਂਗੇ। ਕੁਐਸਚਨ ਦੇਖਣ ਤੋਂ ਬਾਅਦ ਸਟੂਡੈਂਟ ਅਸੀਂ ਪੂਰਾ ਐਸੇ ਪੜ੍ਹਾਂਗੇ ਔਰ ਐਸੇ ਨੂੰ ਪੜ੍ਹਨ ਤੋਂ ਬਾਅਦ ਅਸੀਂ ਯੂਜ਼ ਕਰਾਂਗੇ ਆਇਲਸ ਰਾਈਟਿੰਗ ਟਾਸਕ ਨੂੰ ਮਾਰਕ ਕਰਨ ਦੇ ਲਈ ਜੋ ਅਫੀਸ਼ੀਅਲ ਜੋ ਸਾਡੇ ਕੋਲ ਅਫੀਸ਼ੀਅਲ ਮਾਰਕਿੰਗ ਕ੍ਰਾਈਟੇਰੀਆ ਹੈਗਾ ਉਸ ਨੂੰ। ਆਇਲਸ ਰਾਈਟਿੰਗ ਟਾਸਕ 2 ਬੈਂਡ ਡਿਸਕ੍ਰਿਪਟਰ ਹੈਗਾ ਪਬਲਿਕ ਵਰਜ਼ਨ, ਵੀ ਕਿਵੇਂ ਆਇਲਸ ਦੇ ਵਿੱਚ ਮਾਰਕ ਕੀਤੀ ਜਾਂਦੀ ਹੈ ਰਾਈਟਿੰਗ ਤੁਹਾਡੀ ਅਤੇ ਕਿਵੇਂ ਆਪਾਂ ਇਸ ਨੂੰ ਸਮਝ ਕੇ ਆਪਣੇ ਸਕੋਰ ਨੂੰ ਇੰਪਰੂਵ ਕਰ ਸਕਦੇ। ਸੋ ਫਸਟ ਆਫ ਆਲ ਕੁਐਸਚਨ ਨੂੰ ਪੜ੍ਹਾਂਗੇ ਔਰ ਦੇਖਾਂਗੇ ਆਂਸਰ ਕੀ ਦਿੱਤਾ ਹੋਇਆ। The movement of people from the countryside into the cities is happening in many parts of the world, resulting in problems, especially in cities. What are the causes of this movement and how can it be reversed? So question ਹੋਪ ਆ ਕਿ ਤੁਹਾਨੂੰ ਸਮਝ ਹੀ ਲੱਗ ਗਿਆ ਹੋਣਾ ਕਿ ਅੱਜ ਕੱਲ੍ਹ ਕੀ ਹੈਗਾ ਕਿ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਸ਼ਹਿਰਾਂ ਵੱਲ ਮੂਵ ਕਰ ਰਹੇ ਆ ਵਰਲਡ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ, ਜਿਹਦੇ ਨਾਲ ਕੀ ਪ੍ਰੋਬਲਮਸ ਹੋ ਰਹੀਆਂ ਆ ਖਾਸ ਕਰਕੇ ਸ਼ਹਿਰਾਂ ਦੇ ਵਿੱਚ। ਓਕੇ, ਵਟ ਆਰ ਦਾ ਕਾਜ਼ਜ਼ ਆਫ ਦਿਸ ਮੂਵਮੈਂਟ। ਸੋ ਆਹ ਸਾਡਾ ਸਟੂਡੈਂਟ ਫਸਟ ਕੁਐਸਚਨ ਆ ਗਿਆ ਕਿ ਇਸ ਮੂਵਮੈਂਟ ਦੇ ਕਾਰਨ ਕੀ ਹੈਗੇ ਆ, ਰੀਜ਼ਨਸ ਸਾਨੂੰ ਪੁੱਛੇ ਹੋਏ ਆ ਐਂਡ ਉਸ ਤੋਂ ਬਾਅਦ ਹਾਊ ਕੈਨ ਇਟ ਬੀ ਰਿਵਰਸਡ। ਇਟ ਮੀਨਸ ਕੀ ਆ ਕਿ ਇਸ ਨੂੰ ਆਪਾਂ ਸਟੋਪ ਕਿਵੇਂ ਕਰ ਸਕਦੇ ਹਾਂ। ਇਟ ਮੀਨਸ ਕਿ ਸੋਲਿਊਸ਼ਨਸ। ਸੋ ਸਾਡਾ ਜਿਹੜਾ ਐਸੇ ਹੈਗਾ ਸਟੂਡੈਂਟਸ ਉਹ ਹੈਗਾ ਰੀਜ਼ਨਸ ਐਂਡ ਸੋਲਿਊਸ਼ਨਸ ਐਂਡ ਵੀ ਹੈਵ ਟੂ keep in mind that it is creating problems in cities. ਸੋ ਇਹ ਸਾਡਾ ਕੁਐਸਚਨ ਹੈਗਾ ਐਕਚੁਅਲ 'ਚ ਰੀਜ਼ਨਸ ਐਂਡ ਸੋਲਿਊਸ਼ਨਸ ਦਾ। ਸੋ ਸਟੇਟਮੈਂਟ ਤੁਸੀਂ ਦੇ ਸਕਦੇ ਹੋ। ਸਟੇਟਮੈਂਟ ਤੋਂ ਬਾਅਦ ਸਾਡਾ ਫਸਟ ਬੋਡੀ ਪੈਰਾਗ੍ਰਾਫ ਜਿਹੜਾ ਤੁਹਾਨੂੰ ਪਤਾ ਕਿ ਹੁਣ ਰੀਜ਼ਨਸ ਦੇ ਉੱਤੇ ਜਾਊਗਾ ਐਂਡ ਸੈਕੰਡ ਬੋਡੀ ਪੈਰਾਗ੍ਰਾਫ ਜਿਹੜਾ ਉਹ ਸੋਲਿਊਸ਼ਨਸ ਦੇ ਉੱਤੇ ਜਾਣਾ। ਐਸੇ ਨੂੰ ਪੜ੍ਹ ਲੈਂਦੇ ਹਾਂ ਪਹਿਲਾਂ ਇੱਕ ਵਾਰੀ। ਹਰ ਇੱਕ ਐਸੇ ਦੇ ਵਿੱਚ ਫਸਟ ਆਫ ਆਲ ਇੱਕ ਇੰਟਰੋਡਕਸ਼ਨ ਲਿਖਣੀ ਹੁੰਦੀ ਹੈ ਅਤੇ ਉਸ ਦੇ ਨਾਲ ਆਪਾਂ ਥੀਸਿਸ ਸਟੇਟਮੈਂਟ, ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਹਰ ਇੱਕ ਆਇਲਸ ਦੀ ਇੰਟਰੋਡਕਸ਼ਨ ਦੇ ਵਿੱਚ। ਸੋ ਕੁਐਸਚਨ ਦੇਖਦੇ ਹਾਂ। Nowadays the vast majority of population is shifted from rural areas to urban areas. This is happening in different parts of the globe, but it may causing some detrimental effects on cities. The people migrate to cities because of employment as well as facilities. Solving these problems, the government provide better infrastructure to villages. So it means ਕੀ ਆ ਕਿ ਸਟੂਡੈਂਟ ਨੇ ਕੁਐਸਚਨ ਨੂੰ ਪੈਰਾਫਰੇਜ਼ ਕੀਤਾ, ਉਸ ਤੋਂ ਬਾਅਦ ਉਹਨੂੰ ਰੀਜ਼ਨ ਦਿੱਤੇ ਹੋਏ ਆ ਕਿ ਇੰਪਲੋਇਮੈਂਟ ਦੇ ਕਰਕੇ ਜਾਂ ਫੈਸਿਲਿਟੀਜ਼ ਦੇ ਕਰਕੇ ਲੋਕ ਜਿਹੜੇ ਆ ਮੂਵ ਕਰਦੇ ਆ ਸ਼ਹਿਰਾਂ ਦੇ ਵਿੱਚ। ਅਗਰ ਇਸ ਪ੍ਰੋਬਲਮ ਨੂੰ ਸੌਰਟ ਆਊਟ ਕਰਨਾ ਤਾਂ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ, ਬੈਟਰ ਇਨਫਰਾਸਟਰਕਚਰ ਪ੍ਰੋਵਾਈਡ ਕਰਨਾ ਚਾਹੀਦਾ ਪਿੰਡਾਂ ਦੇ ਵਿੱਚ। ਬੋਡੀ ਪੈਰਾਗ੍ਰਾਫ ਅਗਰ ਦੇਖੀਏ, ਟੂ ਬਿਗਿਨ ਵਿਦ ਵਾਈ ਇੰਡੀਵਿਜੂਅਲਸ ਮਾਈਗ੍ਰੇਟ ਟੂ ਸਿਟੀਜ਼ ਬਿਕੋਜ਼ ਦੇ ਵਾਂਟ ਟੂ ਹੋਲਡ ਅ ਬੈਟਰ ਇੰਪਲੋਇਮੈਂਟ। ਓਕੇ, ਫਸਟ ਰੀਜ਼ਨ ਉਹਨੇ ਦਿੱਤਾ ਕਿ ਇੰਪਲੋਇਮੈਂਟ ਦੇ ਕਰਕੇ ਲੋਕ ਜਿਹੜੇ ਸ਼ਹਿਰਾਂ ਵੱਲ ਜਾਂਦੇ ਆ। ਟੂ ਜਸਟੀਫਾਈ in the rural areas there are no source of income except agriculture, dairy farming.
ਸੋ ਡਾਇਰੀ ਫਾਰਮਿੰਗ ਸਪੈਲਿੰਗ ਗਲਤ ਹੈ, ਇਸ 'ਤੇ ਬਾਅਦ 'ਚ ਦੇਖਾਂਗੇ ਸਟੂਡੈਂਟ ਆਪਾਂ ਕਿ ਕਹਿੰਦਾ ਕਿ ਜ਼ਿਆਦਾਤਰ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਜਾ ਰਹੇ ਆ ਕਿਉਂਕਿ ਉੱਥੇ ਸੋਰਸ ਆਫ ਇਨਕਮ ਸਿਰਫ ਐਗਰੀਕਲਚਰ ਜਾਂ ਡੇਅਰੀ ਫਾਰਮਿੰਗ ਹੁੰਦੀ ਆ। But the educated youngsters are not interested to engage in these works, so they migrated to cities as lots of organization which wants an educated works. It can be beneficial for them. So this is one of the reason why individuals leave countryside. Number second, moreover आ गया दूसरा idea. The facilities such as health, education, etc. are less available in villages as compared to urban areas. In cities, there are majority of better educational institutions where children get superior education, and if any problem related to health, the hospitals are there which assist them to reduce problem. Therefore, people shifted to cities. Okay, ਇੱਥੇ ਮੇਰਾ ਸਟੂਡੈਂਟ ਦੂਸਰਾ ਆਈਡੀਆ, ਇੱਥੇ ਜਿਹੜਾ ਫਸਟ ਆਈਡੀਆ। ਸੋ ਇੱਕ ਬੋਡੀ ਪੈਰਾਗ੍ਰਾਫ ਦੇ ਵਿੱਚ ਦੋ ਰੀਜ਼ਨ ਸਟੂਡੈਂਟ ਨੇ ਐਕਸਪਲੇਨ ਕੀਤੇ ਹੋਏ ਆ। ਉਸ ਤੋਂ ਬਾਅਦ ਸਾਡੇ ਆ ਜਾਂਦੇ ਆ ਸੋਲਿਊਸ਼ਨਸ, ਜਿਵੇਂ ਕਿ ਉਹਨੇ ਸਾਨੂੰ ਸੋਲਿਊਸ਼ਨਸ ਪੁੱਛੇ ਹੋਏ ਸੀਗੇ, ਦੂਸਰਾ ਬੋਡੀ ਪੈਰਾਗ੍ਰਾਫ ਆ ਜਾਊਗਾ ਸੋਲਿਊਸ਼ਨਸ ਦੇ ਉੱਤੇ। ਸੋ ਦੂਸਰੇ ਬੋਡੀ ਪੈਰਾਗ੍ਰਾਫ ਨੂੰ ਪੜ੍ਹਦੇ ਹਾਂ। ਔਨ ਦਾ ਅਦਰ ਹੈਂਡ ਦੇਰ ਆਰ ਲੋਟਸ ਆਫ ਸੋਲਿਊਸ਼ਨਸ ਟੂ ਓਵਰਕਮ ਦਿਸ ਪ੍ਰੋਬਲਮ, ਲਾਈਕ if government developed banks, hospitals where educated people join employment. Okay, as a result, the migration towards cities is decreased and lots of individuals get their jobs in countryside. I personally see that in India the villages become developed and the majority of population is shifted again in countryside. Okay, so ਕਹਿ ਕੀ ਰਿਹਾ ਆ ਕਿ ਬਹੁਤ ਸਾਰੇ ਸੋਲਿਊਸ਼ਨ ਹੈਗੇ ਇਸ ਪ੍ਰੋਬਲਮ ਨੂੰ ਸੌਰਟ ਆਊਟ ਕਰਨ ਦੇ। ਅਗਰ ਗਵਰਨਮੈਂਟ ਬੈਂਕਸ ਨੂੰ, ਹੌਸਪੀਟਲਸ ਨੂੰ ਡਿਵੈਲਪ ਕਰਦੀ ਹੈ ਜਿੱਥੇ ਐਜੂਕੇਟਡ ਪੀਪਲ ਜਿਹੜੇ ਇੰਪਲੋਇਮੈਂਟ ਜੁਆਇਨ ਕਰ ਸਕਦੇ ਆ, ਇਸ ਤਰੀਕੇ ਦੇ ਨਾਲ ਮਾਈਗ੍ਰੇਸ਼ਨ ਜਿਹੜੀ ਸ਼ਹਿਰਾਂ ਦੇ ਵੱਲ ਹੋ ਰਹੀ ਹੈ ਉਸ ਨੂੰ ਘਟਾਇਆ ਜਾ ਸਕਦਾ ਅਤੇ ਬਹੁਤ ਸਾਰੇ ਲੋਕ ਜਿਹੜੇ ਆ ਪਿੰਡਾਂ ਵਿੱਚ ਜੋਬ ਕਰ ਸਕਦੇ ਆ। ਮੈਂ ਪਰਸਨਲੀ ਦੇਖਦਾ ਹਾਂ ਕਿ ਪਿੰਡਾਂ ਦੇ ਵਿੱਚ ਜਦੋਂ ਪਿੰਡ ਡਿਵੈਲਪ ਹੁੰਦੇ ਆ ਅਤੇ ਬਹੁਤ ਸਾਰੀ ਪਾਪੂਲੇਸ਼ਨ ਜਿਹੜੀ ਆ ਉਹ ਵਾਪਸ ਕੰਟਰੀ ਸਾਈਡ ਦੇ ਵਿੱਚ ਚਲ ਜਾਂਦੀ ਹੈ। Finally, conclusion. In conclusion, the main reasons why people have to cities is only due to lack of development. Okay, ਕਿ ਬਾਏ ਕਿਉਂ ਲੋਕ ਜਾਂਦੇ ਉੱਥੇ, ਕਿਉਂਕਿ ਡਿਵੈਲਪਮੈਂਟ ਨਹੀਂ ਹੈਗੀ ਪਿੰਡਾਂ ਦੇ ਵਿੱਚ। It is only mitigate, ਇਸ ਨੂੰ ਤਾਂ ਹੀ ਘੱਟ ਕੀਤਾ ਜਾਵੇ if government should took stringent action regarding development in rural areas. Okay, ਇਹਨੂੰ ਕਹਿੰਦਾ ਸੌਰਟ ਆਊਟ ਕੀਤਾ ਜਾ ਸਕਦਾ ਜੇਕਰ ਸਰਕਾਰ ਜਿਹੜੀ ਆ ਡਿਵੈਲਪਮੈਂਟ ਦੇ ਪ੍ਰਤੀ ਕੋਈ ਐਕਸ਼ਨ ਲੈਂਦੀ ਆ। ਸੋ ਓਵਰਆਲ ਐਸੇ ਤੁਸੀਂ ਪੜ੍ਹ ਲਿਆ, ਸਟੂਡੈਂਟ ਨੇ ਇੰਟਰੋਡਕਸ਼ਨ ਦਿੱਤੀ ਹੋਈ ਆ, ਥੀਸਿਸ ਸਟੇਟਮੈਂਟ ਲਿਖੀ ਹੋਈ ਆ, ਪਲੱਸ ਰੀਜ਼ਨਸ ਵੀ ਦਿੱਤੇ ਹੋਏ ਆ, ਸੋਲਿਊਸ਼ਨਸ ਦਿੱਤੇ ਆ ਐਂਡ ਕਨਕਲੂਜਨ ਦਿੱਤਾ। ਪੈਰਾਗ੍ਰਾਫਸ ਦੀ ਅਗਰ ਗੱਲ ਕਰੀਏ ਤਾਂ ਪੂਰੇ ਆ ਪੈਰਾਗ੍ਰਾਫਸ, ਬਟ ਹੁਣ ਆਪਾਂ ਇਹਨੂੰ ਵੈਲੂਏਟ ਕਰਾਂਗੇ ਕਿ ਐਕਚੁਅਲ ਦੇ ਵਿੱਚ ਇਹ ਵਾਲੇ ਐਸੇ ਨੂੰ ਅਸੀਂ ਕੀ ਪ੍ਰੋਬਲਮਸ ਹੈਗੀਆਂ ਜਾਂ ਕੀ ਕਮੀ ਹੈ ਇਹਦੇ ਵਿੱਚ ਔਰ ਵੈਲੂਏਸ਼ਨ ਕਰਨ ਦੇ ਲਈ ਮੈਂ ਓਫੀਸ਼ੀਅਲ ਮਾਰਕਿੰਗ ਕ੍ਰਾਈਟੇਰੀਆ ਜਿਸ ਤਰੀਕੇ ਨਾਲ ਤੁਹਾਡੀ ਐਕਚੁਅਲ ਆਇਲਸ ਰਾਈਟਿੰਗ ਚੈੱਕ ਹੁੰਦੀ ਹੈ ਉਸ ਤਰੀਕੇ ਨਾਲ ਕਰਾਂਗੇ ਆਪਾਂ। ਸੋ ਉਹਦੇ ਲਈ ਆਪਾਂ ਯੂਜ਼ ਕਰ ਰਹੇ ਹਾਂ ਮਾਰਕਿੰਗ ਕ੍ਰਾਈਟੇਰੀਆ ਨੂੰ। ਔਰ ਮਾਰਕਿੰਗ ਕ੍ਰਾਈਟੇਰੀਆ ਸਟੂਡੈਂਟ ਪਹਿਲਾਂ ਸਮਝ ਲਈਏ, ਜਦੋਂ ਵੀ ਅਸੀਂ ਆਇਲਸ ਦੇ ਵਿੱਚ ਰਾਈਟਿੰਗ ਕਰਦੇ ਹਾਂ ਤਾਂ ਇਹ ਸਾਡੀ 4 ਚੀਜ਼ਾਂ ਦੇ ਉੱਤੇ ਬੇਸਡ ਹੁੰਦੀ ਹੈ। ਸਾਨੂੰ ਜਿਹੜਾ ਸਕੋਰ ਮਿਲਦਾ ਉਹ 4 ਚੀਜ਼ਾਂ ਦੇ ਉੱਤੇ ਬੇਸਡ ਮਿਲਦਾ। ਨੰਬਰ ਫਸਟ ਹੁੰਦਾ ਸਟੂਡੈਂਟਸ ਟਾਸਕ ਰਿਸਪੌਂਸ, ਇਹਦੇ ਵੀ ਸਾਡੇ 25% ਨੰਬਰ ਹੁੰਦੇ ਆ ਟੋਟਲ ਦੇ। ਫਿਰ ਹੁੰਦਾ ਕੋਹੇਰੈਂਸ ਐਂਡ ਕੋਹੀਜ਼ਨ 25%, ਲੈਕਸੀਕਲ ਸੋਰਸਿਸ ਮੀਨਸ ਕਿ ਤੁਹਾਡੀ ਵੋਕੈਬਲਰੀ 25%, ਐਂਡ ਦੈਨ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਮੀਨਸ ਕਿ ਤੁਹਾਡੀ ਗ੍ਰਾਮਰ, ਪੰਕਚੁਏਸ਼ਨ ਐਟਸੈਟਰਾ, ਇਹ ਵੀ 25%। ਸੋ ਚਾਰਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਹੀ ਐਗਜ਼ਾਮੀਨਰ ਜਿਹੜਾ ਸਕੋਰ ਕਾਊਂਟ ਕਰਦਾ। ਸੋ 1 ਬਾਏ 1 ਪਹਿਲਾਂ ਟਾਸਕ ਰਿਸਪੌਂਸ ਦੇਖਾਂਗੇ, ਫਿਰ ਦੇਖਾਂਗੇ ਕੋਹੇਰੈਂਸ ਐਂਡ ਕੋਹੀਜ਼ਨ, ਫਿਰ ਲੈਕਸੀਕਲ ਸੋਰਸਿਸ, ਫਿਰ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ। ਸਟੂਡੈਂਟ ਇਸ ਐਸੇ ਨੂੰ ਆਪਾਂ ਓਵਰਆਲ ਸਕੋਰ ਜਿਹੜਾ ਦੇਵਾਂਗੇ। ਸੋ ਫਸਟ ਆਫ ਆਲ ਸਟੂਡੈਂਟ ਸਾਡੇ ਕੋਲ ਹੈਗਾ ਟਾਸਕ ਰਿਸਪੌਂਸ। ਸੋ ਟਾਸਕ ਰਿਸਪੌਂਸ ਨੂੰ ਮੈਂ ਹਾਈਲਾਈਟ ਕੀਤਾ ਹੋਇਆ ਕਿਉਂਕਿ ਟਾਸਕ ਰਿਸਪੌਂਸ ਦੇ ਵਿੱਚ ਇਸ ਐਸੇ ਨੂੰ ਮੈਂ ਦਿੱਤੇ ਆ 6 ਬੈਂਡਸ। 6 ਬੈਂਡਸ ਕਿਉਂ ਦਿੱਤੇ ਆ ਉਹ ਤੁਹਾਨੂੰ ਸਮਝਾਊਂਗਾ ਮੈਂ, ਹਾਈਲਾਈਟ ਕੀਤੀਆਂ ਹੋਈਆਂ ਚੀਜ਼ਾਂ। ਇਸ ਦੇ ਨਾਲ ਹੀ ਆਪਾਂ ਇਸ ਐਸੇ ਦੇ ਵਿੱਚ ਵੀ ਉਹਨਾਂ ਚੀਜ਼ਾਂ ਨੂੰ ਮਾਰਕ ਕਰਾਂਗੇ ਵੀ ਕੀ ਪ੍ਰੋਬਲਮ ਹੈਗੀਆਂ। ਸੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆ ਕਿ ਸਾਡੇ ਕੋਲ ਟਾਸਕ ਰਿਸਪੌਂਸ ਮੈਂ ਇੱਧਰ ਹਾਈਲਾਈਟ ਕੀਤੀਆਂ ਚੀਜ਼ਾਂ, ਇੱਧਰ ਵੀ ਹਾਈਲਾਈਟ ਕੀਤੀਆਂ ਹੋਈਆਂ। ਟਾਸਕ ਰਿਸਪੌਂਸ ਦੇ ਵਿੱਚ ਸਟੂਡੈਂਟ ਐਕਚੁਅਲ 'ਚ ਹੁੰਦਾ ਕੀ ਹੈ? ਟਾਸਕ ਰਿਸਪੌਂਸ ਦੇ ਵਿੱਚ ਸਟੂਡੈਂਟ ਹੁੰਦਾ ਕਿ ਐਗਜ਼ਾਮੀਨਰ ਨੇ ਜੋ ਸਾਨੂੰ ਪੁੱਛਿਆ ਆ ਕਿ ਉਹ ਚੀਜ਼ਾਂ ਪੂਰੀਆਂ ਲਿਖੀਆਂ ਗਈਆਂ ਆ, ਉਸੇ ਅਕੋਰਡਿੰਗ ਐਸੇ ਨੂੰ ਲਿਖਿਆ ਗਿਆ। ਐਂਡ ਨੰਬਰ 2 'ਤੇ ਸਾਡੀ ਵਰਡ ਲਿਮਿਟ। ਸੋ ਵਰਡ ਲਿਮਿਟ ਤਾਂ ਇਸ ਐਸੇ ਦੀ ਪੂਰੀ ਹੈਗੀ ਹੈ, ਬਟ ਆਪਾਂ ਦੂਸਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਾਂਗੇ। ਸੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਵੀ ਇਸ ਪਾਸੇ ਲਿਖਿਆ ਕੀ ਹੈਗਾ ਆ ਟਾਸਕ ਰਿਸਪੌਂਸ ਦੇ ਵਿੱਚ। ਸੋ ਕਿ 6 ਬੈਂਡ ਜਦੋਂ ਸਾਨੂੰ ਟਾਸਕ ਰਿਸਪੌਂਸ ਦੇ ਵਿੱਚ ਮਿਲਦੇ, ਇਟ ਮੀਨਸ ਕਿ ਸਟੂਡੈਂਟ ਕੀ ਕਰਦਾ, ਐਡਰੈਸਿਸ ਆਲ ਪਾਰਟਸ ਆਫ ਦਾ ਟਾਸਕ ਆਲਦੋ ਸਮ ਪਾਰਟਸ ਮੇ ਬੀ ਮੋਰ ਫੁੱਲੀ ਕਵਰਡ ਦੈਨ ਅਦਰਸ। ਕਿ ਸਟੂਡੈਂਟ ਨੇ ਸਾਰੇ ਹੀ ਪਾਰਟਸ ਨੂੰ ਟਾਸਕ ਦਿਆਂ ਨੂੰ ਜਿਹੜਾ ਆ ਡਿਸਕਰਾਈਬ ਕੀਤਾ ਹੋਇਆ ਆ। ਜਿਵੇਂ ਕਿ ਇੱਥੇ ਆਪਾਂ ਦੇਖੀਏ ਕਿ ਸਾਨੂੰ ਕੀ ਪੁੱਛੇ ਸੀ, ਕਾਰਨ ਐਂਡ
ਰੀਜ਼ਨਸ ਐਂਡ ਸੋਲਿਊਸ਼ਨਸ। ਸੋ ਰੀਜ਼ਨ ਸਟੂਡੈਂਟ ਨੇ ਇੱਥੇ ਲਿਖੇ ਹੋਏ ਆ, ਸੋਲਿਊਸ਼ਨਸ ਵੀ ਸਾਨੂੰ ਇੱਥੇ ਦਿੱਤੇ ਹੋਏ ਆ ਇਸ ਪੈਰੇ ਦੇ ਵਿੱਚ। ਅਸੀਂ ਪਹਿਲਾਂ ਹੀ ਇਸ ਐਸੇ ਨੂੰ ਪੜ੍ਹ ਕੇ ਆਏ ਹੋਏ ਹਾਂ। ਬਟ ਤੁਸੀਂ ਦੇਖਿਆ ਆ ਕਿ ਇੱਧਰ ਮਾਰਕਿੰਗ ਕ੍ਰਾਈਟੇਰੀਆ ਕਹਿੰਦਾ ਕਿ ਐਡਰੈਸਿਸ ਆਲ ਪਾਰਟਸ ਆਫ ਦਾ ਟਾਸਕ। ਓਕੇ, ਰੀਜ਼ਨ ਵੀ ਲਿਖਿਆ, ਸੋਲਿਊਸ਼ਨਸ ਵੀ ਲਿਖੇ ਆ, ਦੋਨੋਂ ਪਾਰਟਸ ਨੂੰ, ਸਾਰੇ ਪਾਰਟਸ ਨੂੰ ਡਿਸਕ੍ਰਾਈਬ ਕੀਤਾ। ਆਲਦੋ ਸਮ ਪਾਰਟਸ ਮੇ ਬੀ ਮੋਰ ਫੁਲੀ ਕਵਰਡ ਦੈਨ ਅਦਰਸ, ਪਰ ਕੁਝ ਕੁ ਪਾਰਟਸ ਕਹਿੰਦਾ ਕੀ ਆ ਫੁਲੀ ਕਵਰਡ ਨਹੀਂ ਹੈਗੇ, ਕੁਝ ਕੁ ਪਾਰਟਸ ਫੁਲੀ ਕਵਰਡ ਹੈਗੇ। ਸੋ ਰੀਜ਼ਨਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਸਾਨੂੰ 2 ਰੀਜ਼ਨ ਦਿੱਤੇ ਆ ਸਟੂਡੈਂਟ ਨੇ, ਇੱਕ ਰੀਜ਼ਨ ਸਾਨੂੰ ਇੱਥੇ ਦਿੱਤਾ ਸੀ, ਇੱਕ ਰੀਜ਼ਨ ਇੱਥੇ ਦਿੱਤਾ ਸੀਗਾ। ਬਟ ਜੇਕਰ ਆਪਾਂ ਗੱਲ ਕਰੀਏ ਸੋਲਿਊਸ਼ਨਸ ਦੀ, ਤਾਂ ਸੋਲਿਊਸ਼ਨਸ ਦੇ ਵਿੱਚ ਸਟੂਡੈਂਟ ਦੇਖੋ, ਸਟੂਡੈਂਟ ਨੇ ਬਹੁਤ ਛੋਟਾ ਪੈਰਾਗ੍ਰਾਫ ਬਣਾਇਆ। ਇਟ ਮੀਨਸ ਕੀ ਆ ਕਿ ਪਾਰਟਸ ਤਾਂ ਉਹਨੇ ਸਾਰੇ ਡਿਸਕ੍ਰਾਈਬ ਕੀਤੇ ਆ, ਬਟ ਉਹਨੇ ਕੁਝ ਕੁ ਪਾਰਟਸ ਨੂੰ ਫੁਲੀ ਕਵਰ ਕੀਤਾ, ਕੁਝ ਕੁ ਪਾਰਟਸ ਨੂੰ ਫੁਲੀ ਕਵਰ ਨਹੀਂ ਕੀਤਾ। ਇਹ ਸੇਮ ਚੀਜ਼ ਸਾਨੂੰ ਇੰਟਰੋਡਕਸ਼ਨ 'ਚ ਦੇਖਣ ਨੂੰ ਮਿਲਦੀ ਆ ਕਿ ਇੱਥੇ ਵੀ ਉਹਨੇ ਰੀਜ਼ਨ ਦਿੱਤਾ ਪਲੱਸ ਸੋਲਿਊਸ਼ਨ ਦਿੱਤਾ ਹੋਇਆ। ਸੋ ਇਟ ਮੀਨਸ ਕੀ ਆ, ਪਾਰਟਸ ਨੂੰ ਡਿਸਕ੍ਰਾਈਬ ਜ਼ਰੂਰ ਕੀਤਾ, ਬਟ ਕੁਝ ਕੁ ਪਾਰਟਸ ਨੂੰ ਉਹਨੇ ਪੂਰੀ ਤਰ੍ਹਾਂ ਕਵਰ ਨਹੀਂ ਕੀਤਾ ਹੋਇਆ। ਉਸ ਤੋਂ ਬਾਅਦ presents a relevant position although the conclusion may become unclear or repetitive। ਮੀਨਸ ਕੀ ਆ, ਪੋਜੀਸ਼ਨ ਕਲੀਅਰ ਕਰਨ ਦਾ ਮਤਲਬ ਹੁੰਦਾ ਕਿ ਸਟੂਡੈਂਟ ਤੁਸੀਂ ਆਪਣੀ ਥੀਸਿਸ ਸਟੇਟਮੈਂਟ ਕਿੰਨੀ ਕਲੀਅਰ ਲਿਖਦੇ ਪਏ ਕਿ ਆਇਲਸ ਦੇ ਵਿੱਚ ਮੈਂ ਕਰਨ ਕੀ ਜਾ ਰਿਹਾ ਐਸੇ ਦੇ ਵਿੱਚ। ਸੋ ਉਹਨੇ ਰੀਜ਼ਨ ਪੁੱਛੇ ਸੀ, ਉਹਨੇ ਰੀਜ਼ਨ ਦਿੱਤੇ ਹੋਏ ਆ ਕਿ ਪੀਪਲ ਜਿਹੜੇ ਆ ਸ਼ਹਿਰਾਂ ਦੇ ਵਿੱਚ ਮਾਈਗ੍ਰੇਟ ਕਰਦੇ ਆ ਇੰਪਲੋਇਮੈਂਟ ਦੇ ਕਰਕੇ ਐਜ਼ ਵੈਲ ਐਜ਼ ਫੈਸਿਲਿਟੀਜ਼ ਦੇ ਕਰਕੇ। ਸੋ ਉਹਨੇ ਆਪਣੀ ਪੋਜੀਸ਼ਨ ਕਲੀਅਰ ਕਰ ਦਿੱਤੀ ਹੈ ਕਿ ਮੈਨੂੰ ਆਹ ਰੀਜ਼ਨ ਲੱਗਦੇ ਆ। ਨਾਲ ਹੀ ਉਹਨੇ ਕਿਹਾ ਕਿ ਸੋਲਿਊਸ਼ਨਸ ਦੇ ਲਈ ਗਵਰਨਮੈਂਟ ਨੂੰ ਵਧੀਆ ਫੈਸਿਲਿਟੀ ਇਨਫਰਾਸਟਰਕਚਰ ਪ੍ਰੋਵਾਈਡ ਕਰਨਾ ਚਾਹੀਦਾ। ਸੋ ਇਟ ਮੀਨਸ ਕੀ ਆ ਕਿ ਰੈਲੇਵੈਂਟ ਪੋਜੀਸ਼ਨ ਉਹਨੇ ਆਪਣੀ ਦੱਸੀ ਆ, ਉਹਨੇ ਪੋਜੀਸ਼ਨ ਕਲੀਅਰ ਕਰਤੀ ਹੈ ਕਿ ਮੈਂ ਐਸੇ ਵਿੱਚ ਕੀ ਕਰੂੰਗਾ, ਰੀਜ਼ਨ ਦੱਸੂੰਗਾ, ਸੋਲਿਊਸ਼ਨਸ ਦੱਸੂੰਗਾ। ਬਟ ਕਨਕਲੂਜਨ ਮੇ ਬਿਕਮ ਅਨਕਲੀਅਰ ਔਰ ਰੈਪੀਟੇਟਿਵ। ਅਗਰ ਆਪਾਂ ਇਸ ਐਸੇ ਦਾ ਕਨਕਲੂਜਨ ਪੜ੍ਹੀਏ ਤੇ ਇਸ ਕਨਕਲੂਜਨ ਦੇ ਵਿੱਚ ਕੁਝ ਖਾਸ ਨਹੀਂ ਹੈਗਾ। ਦ ਮੇਨ ਰੀਜ਼ਨਸ ਵਾਈ ਪੀਪਲ ਹੈਵ ਟੂ ਸਿਟੀਜ਼ ਇਜ਼ ਦਾ ਓਨਲੀ ਡਿਊ ਟੂ ਲੈਕ ਆਫ ਡਿਵੈਲਪਮੈਂਟ। ਠੀਕ ਹੈ ਜੀ, ਇੱਕ ਤਾਂ ਕਹਿੰਦਾ ਕੀ ਹੈਗਾ ਅਨਕਲੀਅਰ ਹੈ, ਇੱਥੇ ਡਿਵੈਲਪਮੈਂਟ ਲਿਖ ਦਿੱਤਾ, ਇੱਥੇ ਰੀਜ਼ਨ ਕੁਝ ਹੋਰ ਲਿਖੇ ਸੀਗੇ, ਕੁਝ ਕਲੀਅਰ ਨਹੀਂ ਹੈਗਾ ਇਹਦੇ ਵਿੱਚ ਖਾਸ। ਇਟ ਇਜ਼ ਓਨਲੀ ਮਿਟੀਗੇਟ ਇਫ ਗਵਰਨਮੈਂਟ ਟੁਕ ਸਟ੍ਰਿੰਜੈਂਟ ਐਕਸ਼ਨ ਅਗੇਂਸਟ ਡਿਵੈਲਪਮੈਂਟ। ਇੱਥੇ ਡਿਵੈਲਪਮੈਂਟ ਦਾ ਸੋਲਿਊਸ਼ਨ ਦੇ ਦਿੱਤਾ, ਸੋ ਇੱਥੇ ਥੋੜ੍ਹਾ ਚੇਂਜ ਕਰ ਦਿੱਤਾ ਸੀਗਾ ਉਹਨੇ। ਸੋ ਇਸ ਕਰਕੇ ਅਸੀਂ ਕਹਿ ਸਕਦੇ ਕਿ ਕਨਕਲੂਜਨ ਮੇ ਬਿਕਮ ਅਨਕਲੀਅਰ ਔਰ ਰੈਪੀਟੇਟਿਵ। ਕੁਝ ਕੁ ਚੀਜ਼ਾਂ ਰਿਪੀਟ ਕਰ ਦਿੱਤੀਆਂ, ਕੁਝ ਕੁ ਚੀਜ਼ਾਂ ਕਲੀਅਰ ਨਹੀਂ ਹੈਗੀਆਂ। ਸੋ ਇਹ ਇੱਕ ਰੀਜ਼ਨ ਹੈਗਾ। ਨੰਬਰ 3 ਤੇ presents relevant main ideas but some may be inadequately developed or unclear। it means ਕੀ ਆ ਕਿ ਐਗਜ਼ਾਮ ਸਟੂਡੈਂਟ ਨੇ ਮੇਨ ਆਈਡੀਆਜ਼ ਤਾਂ ਦਿੱਤੇ ਆ। ਮੇਨ ਆਈਡੀਆਜ਼ ਮੀਨਸ ਕਿ ਵਾਈ ਇੰਡੀਵਿਜੂਅਲਸ ਮਾਈਗ੍ਰੇਟ ਟੂ ਸਿਟੀਜ਼ ਬਿਕੋਜ਼ ਆਫ, ਪਹਿਲਾ ਆਈਡੀਆ ਮੇਰਾ ਬੈਟਰ ਇੰਪਲੋਇਮੈਂਟ, ਨੰਬਰ 2 ਤੇ ਮੋਰ ਓਵਰ ਲਗਾ ਕੇ ਉਹਨੇ ਦੂਸਰਾ ਆਈਡੀਆ ਦਿੱਤਾ ਫੈਸਿਲਿਟੀਜ਼। ਸੋ ਰੈਲੇਵੈਂਟ ਮੇਨ ਆਈਡੀਆਜ਼ ਦਿੱਤੇ ਆ ਬਟ ਸਮ ਮੇ ਬੀ ਇਨਐਡਿਕੁਏਟਲੀ ਡਿਵੈਲਪਡ ਔਰ ਅਨਕਲੀਅਰ। ਇਟ ਮੀਨਸ ਕਿ ਕੁਝ ਕੁ ਆਈਡੀਆਜ਼ ਨੂੰ ਉਹਨੇ ਚੰਗੀ ਤਰ੍ਹਾਂ ਡਿਵੈਲਪ ਨਹੀਂ ਕੀਤਾ। ਸੋ ਇੱਥੇ ਅਗਰ ਆਪਾਂ ਇਹਨੂੰ ਪੜ੍ਹੀਏ, ਟੂ ਜਸਟੀਫਾਈ ਇਨ ਰੂਰਲ ਏਰੀਆਜ਼ ਦੇਰ ਆਰ ਨੋ ਸੋਰਸ ਆਫ ਇਨਕਮ ਐਕਸੈਪਟ ਐਗਰੀਕਲਚਰ ਡੇਅਰੀ ਫਾਰਮਿੰਗ ਬਟ ਐਜੂਕੇਟਡ ਯੰਗਸਟਰਸ ਆਰ ਨਾਟ ਇੰਟਰਸਟਡ ਟੂ ਇਨਕੇਜ ਇਨ ਦੀਸ ਵਰਕਸ ਸੋ ਦੇ ਮਾਈਗ੍ਰੇਟਡ ਟੂ ਸਿਟੀਜ਼। ਓਕੇ, ਇੱਕ ਆਈਡੀਆ ਕਲੀਅਰ ਆ, ਦੂਸਰਾ ਆਈਡੀਆ ਵੀ ਕਲੀਅਰ ਆ। ਬਟ ਕਨਕਲੂਜਨ ਦੇ ਵਿੱਚ ਜਿਹੜਾ ਸਾਡਾ ਸੋਲਿਊਸ਼ਨ ਵਾਲਾ ਪੈਰਾਗ੍ਰਾਫ ਆ, ਇਹਦੇ ਵਿੱਚ ਉਹਨੇ ਇੱਕ ਹੀ ਆਈਡੀਆ ਦਿੱਤਾ ਆ, ਉਸ ਨੂੰ ਵੀ ਇੱਥੇ ਤੱਕ ਖਤਮ ਕਰ ਦਿੱਤਾ, ਚੰਗੀ ਤਰ੍ਹਾਂ ਡਿਵੈਲਪ ਨਹੀਂ ਕੀਤਾ। ਸੋ ਸਮ ਮੇ ਬੀ ਇਨਐਡਿਕੁਏਟਲੀ ਡਿਵੈਲਪਡ। ਕੁਝ ਕੁ ਆਈਡੀਆਜ਼ ਠੀਕ ਤਰੀਕੇ ਨਾਲ ਡਿਵੈਲਪ ਕੀਤੇ ਆ ਬਟ ਕੁਝ ਕੁ ਆਈਡੀਆਜ਼ ਨੂੰ ਠੀਕ ਤਰੀਕੇ ਦੇ ਨਾਲ ਡਿਵੈਲਪ ਨਹੀਂ ਕੀਤਾ। ਸੋ ਇਸ ਕਰਕੇ ਸਟੂਡੈਂਟ ਕੋਹੇਰੈਂਸ ਐਂਡ ਟਾਸਕ ਰਿਸਪੌਂਸ ਦੇ ਵਿੱਚ ਇਸ ਐਸੇ ਨੂੰ ਮੈਂ ਜਿਹੜੇ ਬੈਂਡ ਦੇ ਰਿਹਾ ਉਹ ਦੇ ਰਿਹਾ 6। ਸੋ ਇਸ ਕਰਕੇ ਆਪਾਂ ਟਾਸਕ ਰਿਸਪੌਂਸ ਦੇ ਵਿੱਚ ਇਸ ਐਸੇ ਨੂੰ ਜਿਹੜੇ ਬੈਂਡ ਦਿੱਤੇ ਉਹ 6 ਬੈਂਡ ਦਿੱਤੇ। ਹੋਪ ਆ ਕਿ ਤੁਹਾਨੂੰ ਸਮਝ ਲੱਗ ਰਿਹਾ ਹੋਊਗਾ। ਨੰਬਰ 2 ਤੇ ਸਟੂਡੈਂਟ ਹੁਣ ਸਾਡੀ ਜਿਹੜੀ ਚੀਜ਼ ਆਉਣੀ ਆ ਉਹ ਆਉਣੀ ਆ ਕੋਹੇਰੈਂਸ ਐਂਡ ਕੋਹੇਜ਼ਨ। ਕੋਹੇਰੈਂਸ ਐਂਡ ਕੋਹੇਜ਼ਨ ਕੀ ਹੁੰਦੀ ਆ ਕਿ ਤੁਹਾਡਾ ਜਿਹੜਾ ਐਸੇ ਆ ਉੱਪਰੋਂ ਲੈ ਕੇ ਨੀਚੇ ਤੱਕ ਜਿਹੜੇ ਵਿੱਚ ਪੈਰਾਗ੍ਰਾਫਸ ਆ ਜਾਂ ਜਿਹੜੇ ਵਿੱਚ ਸੈਂਟੈਂਸਸ ਬਣੇ ਹੋਏ ਆ, ਕੀ ਇਹ ਆਪਸ ਦੇ ਵਿੱਚ ਇੰਟਰਲਿੰਕਡ ਹੈਗੇ ਆ ਅੱਛੇ ਤਰੀਕੇ ਦੇ ਨਾਲ, ਕਿ ਪ੍ਰੋਨਾਊਨਸ ਨੂੰ ਸਹੀ ਤਰੀਕੇ ਨਾਲ ਯੂਜ਼ ਕੀਤਾ ਗਿਆ ਤਾਂ ਕਿ ਤੁਹਾਡਾ ਹਰ ਇੱਕ ਸੈਂਟੈਂਸ ਅਗਲੇ ਸੈਂਟੈਂਸ ਨਾਲ ਲਿੰਕ ਹੁੰਦਾ ਜਾਵੇ। ਸੋ ਇਹ ਚੀਜ਼ ਨੂੰ ਹੁਣ ਚੈੱਕ ਕਰਦੇ ਹਾਂ ਤੇ ਇਹਦਾ ਵੀ ਦੇਖਦੇ ਹਾਂ ਸਕੋਰ। ਕੋਹੇਰੈਂਸ ਐਂਡ ਕੋਹੀਜ਼ਨ ਦੇ ਵਿੱਚ ਸਟੂਡੈਂਟਸ ਮੈਂ ਇਸ ਐਸੇ ਨੂੰ ਰੱਖਿਆ ਆ 5 ਬੈਂਡ ਦੇ ਵਿੱਚ। 5 ਬੈਂਡ ਦੇ ਵਿੱਚ ਕਿਉਂ ਰੱਖਿਆ, ਰੀਜ਼ਨ ਦੇਖ ਲਈਏ ਪਹਿਲਾਂ ਆਪਾਂ ਇਹਨੂੰ ਸਮਝ ਲਈਏ। ਸੋ 5 ਬੈਂਡ 'ਚ ਕੀ ਕਹਿੰਦਾ, ਪ੍ਰੈਜ਼ੈਂਟਸ ਇਨਫੋਰਮੇਸ਼ਨ ਵਿਦ ਸਮ ਆਰਗੇਨਾਈਜੇਸ਼ਨ ਬਟ ਦੇਅਰ ਮੇ ਬੀ ਲੈਕ ਆਫ ਓਵਰਆਲ ਪ੍ਰੋਗਰੈਸ਼ਨ। ਓਕੇ, ਕਿ ਇਨਫੋਰਮੇਸ਼ਨ ਨੂੰ ਔਰਗਨਾਈਜ਼ ਵਧੀਆ ਤਰੀਕੇ ਨਾਲ ਕੀਤਾ। ਇੰਟਰੋ ਵਾਲੀ ਜਗ੍ਹਾ ਤੇ ਇੰਟਰੋ ਆ ਗਈ ਆ, ਰੀਜ਼ਨ ਵਾਲੀ ਜਗ੍ਹਾ ਤੇ ਰੀਜ਼ਨ ਆ ਗਏ ਆ, ਸਾਡੇ ਸੋਲਿਊਸ਼ਨ ਵਾਲੀ ਜਗ੍ਹਾ ਤੇ ਸੋਲਿਊਸ਼ਨ ਆ ਗਿਆ ਐਂਡ ਸਾਡਾ ਫਾਈਨਲੀ ਕਨਕਲੂਜਨ ਆ ਗਿਆ। ਸੋ ਇੱਕ ਮੀਨਸ ਕੀ ਆ, ਪੈਰਾਗ੍ਰਾਫਸ ਤਾਂ ਸਾਡੇ ਸਹੀ ਤਰੀਕੇ ਦੇ ਨਾਲ ਸਟੂਡੈਂਟ ਨੇ ਯੂਜ਼ ਕੀਤੇ ਆ ਬਟ ਦੇਅਰ ਮੇ ਬੀ ਲੈਕ ਆਫ ਓਵਰਆਲ ਪ੍ਰੋਗਰੈਸ਼ਨ। ਓਵਰਆਲ ਪ੍ਰੋਗਰੈਸ਼ਨ ਕਹਿੰਦਾ ਕਿ ਉਹਦੀ ਕਮੀ ਹੈਗੀ ਆ। ਉਹਦਾ ਕਾਰਨ ਕੀ ਮੈਂ ਤੁਹਾਨੂੰ ਦੱਸਦਾ
कि विच जिहड़ा ऐसे स्टूडेंट्स जिहड़े देखो इधर ब्लू कलर है, इधर भी ब्लू दे नाल जिहड़ा हाईलाइट कीता, इस दे विच आपां सिर्फ वो डिस्कस करना, पिंक वाला जिहड़ा हाले तक आपां बाद दे विच डिस्कस करांगे। सो ओनली ब्लू लाइनस दे उत्ते ही तुसीं जिहड़ा है ध्यान देना। इत्थे अगर आपां देखीए ਤੇ ਓਵਰਆਲ ਪ੍ਰੋਗਰੈਸ਼ਨ ਦਾ ਮਤਲਬ ਹੁੰਦਾ ਸਟੂਡੈਂਟ ਕਿ ਤੁਹਾਡਾ ਐਸੇ ਆਪਸ ਦੇ ਵਿੱਚ ਲਿੰਕ ਹੁੰਦਾ ਜਾਣਾ ਚਾਹੀਦਾ, ਬਟ ਵਿੱਚ ਇਸ ਤਰ੍ਹਾਂ ਦੇ ਸੈਂਟੈਂਸਸ ਆ ਸਟੂਡੈਂਟ ਜਿਹੜੇ ਕਲੀਅਰ ਨਹੀਂ ਹੁੰਦੇ। ਮੇਕਸ ਇਨਐਡਿਕੁਏਟ, ਇਨਐਕੂਰੇਟ, ਓਵਰ ਯੂਜ਼ ਆਫ ਕੋਹੇਸਿਵ ਡਿਵਾਈਸਿਸ। ਇਨਐਡਿਕੁਏਟ ਮੀਨਸ ਕੀ ਆ ਕਿ ਉਹਨੇ ਇੱਥੇ ਉਹ ਕਹਿ ਰਿਹਾ ਘੱਟ ਯੂਜ਼ ਕੀਤੇ, ਬਟ ਇਹਨੇ ਘੱਟ ਯੂਜ਼ ਨਹੀਂ ਕੀਤੇ, ਇਹਨੇ ਕਾਫੀ ਯੂਜ਼ ਕੀਤੇ ਆ। ਇਨਐਕੂਰੇਟ ਗਲਤ ਤਰੀਕੇ ਨਾਲ ਯੂਜ਼ ਕੀਤੇ ਆ, ਦੇਖੋ ਬਟ ਇੱਥੇ ਲੱਗਿਆ ਗਲਤ ਲੱਗਿਆ ਹੋਇਆ, ਮੈਂ ਇਹਨੂੰ ਪੜ੍ਹਿਆ स्टूडेंट ये ऐसे मैं पढ़ चुकिया कि टू जस्टिफाई इन द रूरल एरियाज देर आर नो सोर्स ऑफ इनकम एक्सैप्ट एग्रीकल्चर डेयरी फार्मिंग। बट देखो बट नूं शॉर्ट च यूज़ कर रहा जद कि इत्थे फुल स्टॉप लगाता, सो इट मीनस कि इनएक्यूरेट तरीके नाल यूज़ करता पिया। उस तो बाद बट द एजुकेटेड यंगस्टर्स आर नॉट इंटरस्टेड टू इंगेज इन दीज वर्कस, सो फिर एक कोहेसिव डिवाइसिस ओवर यूज़ करता पिया। सो दे माइग्रेट टू लॉट्स ऑफ ऑर्गेनाइजेशन भी, देखो हर सेंटेंस तो बाद वो कोहेसिव डिवाइसिस नूं यूज़ करता पिया। इट मीनस क्या कि ओवर यूज़, हर जगह ते सानू कोहेसिव डिवाइसिस नूं यूज़ नहीं करना चाहिए। किस तरीके नाल यूज़ करना अलग वीडियो दे विच समझाऊंगा। सो तुसीं देख लो एक ही पैरे दे विच 1 2 3 4 5 एंड 6 7 8 उन्हें कोहेसिव डिवाइसिस इत्थे यूज़ कीते, 9 10 11 12 13 एंड 14 ਆਲਮੋਸਟ 15-16 ਜਿਹੜੇ ਹੈਗੇ ਉਹਨੇ ਕੋਹੇਸਿਵ ਡਿਵਾਈਸਿਸ ਨੂੰ ਯੂਜ਼ ਕੀਤਾ ਜਾਂ ਵਿੱਚ ਰੈਫਰੈਂਸਿੰਗ ਯੂਜ਼ ਕੀਤੀ ਹੈ। ਸੋ ਇਸ ਕਰਕੇ ਮੈਂ ਇਹਨੂੰ ਰੱਖਿਆ ਕਿ ਓਵਰ ਯੂਜ਼ ਆਫ ਕੋਹੇਸਿਵ ਡਿਵਾਈਸਿਸ, ਬਹੁਤ ਜ਼ਿਆਦਾ ਯੂਜ਼ ਕੀਤਾ ਹੈ ਔਰ ਕਿਤੇ ਕਿਤੇ ਗਲਤ ਵੀ ਯੂਜ਼ ਕੀਤਾ ਜਿੱਥੇ ਐਕਚੁਅਲੀ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਸੀਗਾ। ਉਸ ਤੋਂ ਬਾਅਦ ਸਟੂਡੈਂਟ ਮੇ ਬੀ ਰੈਪੀਟੇਟਿਵ ਬਿਕੋਜ਼ ਆਫ ਲੈਕ ਆਫ ਰੈਫਰੈਂਸਿੰਗ ਐਂਡ ਸਬਸਟੀਟਿਊਸ਼ਨ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਇਸ ਐਸੇ ਦੇ ਵਿੱਚ। ਪੈਰਾਗ੍ਰਾਫਿੰਗ ਮੇ ਬੀ ਇਨਐਡਿਕੁਏਟ, ਪੈਰਾਗ੍ਰਾਫਿੰਗ ਕਹਿੰਦਾ ਕਿ ਥੋੜੀ ਘੱਟ ਹੋ ਸਕਦੀ, ਬਟ ਮੇਰੇ ਅਕੋਰਡਿੰਗ ਇਸ ਐਸੇ ਦੇ ਵਿੱਚ ਪੈਰਾਗ੍ਰਾਫਿੰਗ ਪੂਰੀ ਆ। ਸੋ ਇਸ ਕਰਕੇ ਇਹਨੂੰ ਮੈਂ 5 ਦੀ ਜਗ੍ਹਾ ਤੇ ਕਹਿ ਸਕਦਾ ਕਿ ਮੈਂ ਅਗਰ ਕੋਹੇਰੈਂਸ ਐਂਡ ਕੋਹੀਜ਼ਨ ਦੇ ਵਿੱਚ ਇਸ ਨੂੰ 5.5 ਦੇ ਸਕਦਾ ਆ। ਇਸ ਐਸੇ ਨੂੰ ਆਪਾਂ ਕੋਹੇਰੈਂਸ ਐਂਡ ਕੋਹੀਜ਼ਨ ਦੇ ਵਿੱਚ 5.5 ਬੈਂਡ ਦੇ ਵਿੱਚ ਰੱਖਿਆ ਬਿਕੋਜ਼ ਕੁਛ ਕੁ ਚੀਜ਼ਾਂ ਇਹਦੇ ਵਿੱਚੋਂ ਵਧੀਆ ਸੀਗੀਆਂ ਜਿਹਨਾਂ ਨੂੰ ਆਪਾਂ ਮੰਨ ਸਕਦੇ ਹਾਂ, ਜਿਵੇਂ ਕਿ ਪੈਰਾਗ੍ਰਾਫਿੰਗ ਸਾਡੀ ਕੰਪਲੀਟ ਸੀਗੀ, ਸਹੀ ਸੀਗੀ। ਸੋ ਕੋਹੇਰੈਂਸ ਐਂਡ ਕੋਹੀਜ਼ਨ ਦੇ ਵਿੱਚ 5.5 ਹੋ ਗਏ। ਇਸ ਤੋਂ ਪਹਿਲਾਂ ਆਪਾਂ ਸਟੂਡੈਂਟ ਦੇਖਿਆ ਸੀਗਾ ਟਾਸਕ ਰਿਸਪੌਂਸ ਦੇ ਵਿੱਚ ਅਸੀਂ ਸਟੂਡੈਂਟ ਨੂੰ ਰੱਖਿਆ, ਇਸ ਨੂੰ ਰੱਖਿਆ ਹੈਗਾ 6 ਦੇ ਵਿੱਚ, ਕੋਹੇਰੈਂਸ ਐਂਡ ਕੋਹੀਜ਼ਨ 5.5। ਐਂਡ ਹੁਣ ਨੰਬਰ 3 ਤੇ ਸਟੂਡੈਂਟ ਆਪਾਂ ਦੇਖਾਂਗੇ ਸਾਡੇ ਲੈਕਸੀਕਲ ਰਿਸੋਰਸਿਸ। ਲੈਕਸੀਕਲ ਰਿਸੋਰਸਿਸ ਮੀਨਸ ਕਿ ਸਾਡੀ ਗ੍ਰਾਮਰ, ਸਾਡੀ ਵੋਕੈਬਲਰੀ। ਸੋ ਸਟੂਡੈਂਟ ਹੁਣ ਨੰਬਰ 3 ਤੇ ਆਪਾਂ ਦੇਖਾਂਗੇ ਜਿਹੜੀ ਚੀਜ਼ ਉਹ ਸੀਗੀ ਸਾਡੀ ਲੈਕਸੀਕਲ ਰਿਸੋਰਸਿਸ ਮੀਨਸ ਕਿ ਸਾਡੀ ਵੋਕੈਬਲਰੀ। ਵੋਕੈਬਲਰੀ ਦੇ ਲਈ ਇਸ ਐਸੇ ਨੂੰ ਮੈਂ ਦੇ ਰਿਹਾ ਸਟੂਡੈਂਟ 6 ਬੈਂਡਸ ਕਿਉਂ ਦੇ ਰਹੇ ਹਾਂ ਆਪਾਂ ਉਹਨੂੰ ਵੀ ਸਮਝ ਲੈਂਦੇ ਹਾਂ। ਯੂਜ਼ਸ ਐਨ ਐਡਿਕੁਏਟ ਰੇਂਜ ਆਫ ਵੋਕੈਬਲਰੀ ਫॉर द टास्क। ਫਸਟ ਆਫ ਆਲ ਕਿ ਸਟੂਡੈਂਟ ਨੇ ਐਡਿਕੁਏਟ ਦਾ ਮੀਨਸ ਕੀ ਹੁੰਦਾ ਕਿ ਜਿੰਨੀ ਕੁ ਇਸ ਐਸੇ ਦੇ ਲਈ ਚਾਹੀਦੀ ਸੀਗੀ ਓਨੀ ਕੁ ਵੋਕੈਬਲਰੀ ਸਟੂਡੈਂਟ ਨੇ ਯੂਜ਼ ਕੀਤੀ ਹੋਈ ਹੈ। ਸੋ ਜਿੰਨੇ ਵੀ ਇੱਧਰ ਵਰਡਸ ਮੈਂ ਹਾਈਲਾਈਟ ਕੀਤੇ ਆ ਵੋਕੈਬਲਰੀ ਦੇ ਨਾਲ ਰਿਲੇਟਡ ਆ, ਉਹਦੇ ਵਿੱਚ ਮਿਸਟੇਕਸ ਵੀ ਹੋਣਗੀਆਂ, ਕੁਛ ਕੁ ਰਿਪੀਟਡ ਵਰਡ ਹੋਣਗੇ, ਕੁਛ ਕੁ ਚੰਗੇ ਵਰਡ ਵੀ ਹੋਣਗੇ। ਸੋ ਐਡਿਕੁਏਟ ਵੋਕੈਬਲਰੀ ਮੀਨਸ ਕੀ ਹੈ ਸਫੀਸ਼ੀਐਂਟ ਵੋਕੈਬਲਰੀ ਜਿੰਨੀ ਚਾਹੀਦੀ ਹੈ ਟਾਸਕ ਲਈ ਉਹ ਸਟੂਡੈਂਟ ਨੇ ਯੂਜ਼ ਕੀਤੀ ਹੋਈ ਹੈ। ਨੰਬਰ 2 ਤੇ ਅਟੈਂਪਟਸ ਟੂ ਯੂਜ਼ ਲੈਸ ਕਾਮਨ ਵੋਕੈਬਲਰੀ ਬਟ ਵਿਦ ਸਮ ਇਨਐਕੂਰੇਸੀ, ਕਿ ਸਟੂਡੈਂਟ ਨੇ ਕੋਸ਼ਿਸ਼ ਕੀਤੀ ਆ ਕਿ ਕੁਛ ਲੈਸ ਕਾਮਨ ਮੀਨਸ ਕਿ ਥੋੜ੍ਹੀ ਵਧੀਆ ਵਰਡ ਯੂਜ਼ ਕੀਤੇ ਜਾਣ ਜਿਹੜੇ ਆਮ ਤੌਰ 'ਤੇ ਹਰੇਕ ਸਟੂਡੈਂਟ ਯੂਜ਼ ਨਹੀਂ ਕਰ ਸਕਦਾ। ਹਾਂ ਉਹਦੇ ਵਿੱਚ ਕੁਛ ਕੁ ਇਨਐਕੂਰੇਸੀਜ਼ ਜ਼ਰੂਰ ਹੈਗੀਆਂ, ਕੁਛ ਕੁ ਗਲਤੀਆਂ ਜ਼ਰੂਰ ਹੈਗੀਆਂ। ਐਂਡ ਨੰਬਰ 3 ਤੇ makes some errors in spelling and word formation but they do not impede communication। ਸਟੂਡੈਂਟ ਨੇ ਗਲਤੀਆਂ ਕੀਤੀਆਂ ਨੇ ਸਪੈਲਿੰਗਸ ਦੇ ਵਿੱਚ ਐਂਡ ਵਰਡ ਫਾਰਮੇਸ਼ਨ ਮੀਨਸ ਕਿ ਕਿਸੇ ਵਰਡ ਨੂੰ ਜਦੋਂ ਆਪਾਂ ਬਣਾਉਂਦੇ ਹਾਂ ਤੇ ਉਹਨੂੰ ਬਣਾਉਣ ਦੇ ਵਿੱਚ ਗਲਤੀ ਕਰ ਦਿੱਤੀ, ਬਟ ਇਸ ਦੇ ਨਾਲ ਕਮਿਊਨੀਕੇਸ਼ਨ ਇੰਪੀਡ ਨਹੀਂ ਹੋ ਰਹੀ ਮੀਨਸ ਕਿ ਕਮਿਊਨੀਕੇਸ਼ਨ ਰੁਕ ਨਹੀਂ ਰਹੀ ਹੈਗੀ, ਉਹਦਾ ਮੀਨਿੰਗ ਸਾਨੂੰ ਕਲੀਅਰ ਹੋ ਰਿਹਾ। ਸੋ ਹੁਣ ਆਪਾਂ ਇਹਨੂੰ ਸਮਝਦੇ ਕਿਵੇਂ। ਦੇਖੋ ਨਾਊਡੇਜ਼ ਦਾ ਵਾਸਟ ਮੈਜੋਰਿਟੀ ਆਫ population is shifted from rural areas to urban areas। ਐਕਚੁਅਲ 'ਚ ਸਟੂਡੈਂਟ ਇੱਥੇ ਜਿਹੜਾ ਹੈਗਾ ਸਟੂਡੈਂਟ ਨੇ ਯੂਜ਼ ਕਰਨਾ ਸੀ ਏਰੀਆਜ਼ ਨੂੰ ਪਲੂਰਲ ਬਣਾ ਕੇ, ਬਟ ਉਹਨੇ ਯੂਜ਼ ਕਰ ਲਈ ਹੈ ਅਪੋਸਟ੍ਰਫੀ ਸਾਨੂੰ ਹਮੇਸ਼ਾ ਸ਼ੋ ਕਰਦੀ ਹੈ ਪੋਜੈਸ਼ਨ। ਸੋ ਇਟ ਮੀਨਸ ਕਿ ਇੱਥੇ ਉਹਨੇ ਮੀਨਿੰਗ ਚੇਂਜ ਕਰ ਦਿੱਤਾ। ਸੋ ਸਾਡੀ ਗਲਤੀ ਆ ਗਈ ਹੈ ਸਪੈਲਿੰਗ ਜਾਂ ਫਿਰ ਵਰਡ ਫਾਰਮੇਸ਼ਨ ਦੀ। ਉਸ ਤੋਂ ਅੱਗੇ ਜਿਹੜੀ ਸਟੂਡੈਂਟ ਗਲਤੀ ਨਹੀਂ ਕੀਤੀ ਹੈਗੀ ਸਿਟੀਜ਼ ਨੂੰ ਉਹਨੇ ਜ਼ਿਆਦਾ ਰਿਪੀਟ ਕੀਤਾ ਫਿਰ ਇੱਥੇ ਵਰਡ ਦੀ ਫਾਰਮੇਸ਼ਨ ਦੀ ਗਲਤੀ, ਫੁੱਲ ਕੈਪੀਟਲ ਲੈਟਰ ਯੂਜ਼ ਕਰਨਾ ਸੀ। ਉਸ ਤੋਂ ਬਾਅਦ people migrate to cities because of employment as well as facilities। Again to begin with, why individuals migrate to cities because they want to hold a better employment। so cities ਨੂੰ ਤੁਸੀਂ ਦੇਖਿਆ ਮੈਂ ਇੱਥੇ ਵੀ ਕੁਛ ਨਹੀਂ ਦੱਸਿਆ, ਇੱਥੇ ਵੀ ਕੁਛ ਨਹੀਂ ਦੱਸਿਆ, employment ਬਾਰੇ ਵੀ ਕੁਛ ਨਹੀਂ ਦੱਸਿਆ, ਬਟ cities ਤੁਸੀਂ ਇਹ ਦੇਖ ਸਕਦੇ ਆ 1 2 3
ठीक है। अगर मैं पूरे ऐसे की गल करा तो 4 5 6 तकरीबन 6 टाइम्स जोड़ा इस वर्ड में स्टूडेंट ने रिपीट किया है। सो कुछ कॉमन वर्ड्स है जोड़े बहुत ज़्यादा रिपीट किए, सिटीज़, इंप्लॉयमेंट, कंट्री साइड, पीपल, प्रॉब्लम एंड गवर्नमेंट। सो इस करके मैं कुछ वर्ड जोड़े विच गलत नहीं है बट रिपीट है, जिमें कि कंट्री साइड बहुत ज़्यादा रिपीट है, इंप्लॉयमेंट साडा रिपीट है, कंट्री साइड रिपीट है, ठीक है जी। सो इस करके इंप्लॉयमेंट इत्थे भी रिपीट किया हुआ। सो ये सारे साडे जिहड़े वर्ड रिपीटड है, इन्हों मैं एक साइड पर कढ़ दिता होया, जिहड़े मैं अंडरलाइन कर रहे हैं। उस तो बाद असीं स्पैलिंग्स एंड मिसटेक्स देख रहे हैं। सो पहले नंबर पर इत्थे वर्ड फॉर्मेशन की जिहड़ी मिसटेक हुई है, उस तो बाद इत्थे फिर मिसटेक की है स्टूडेंट ने, ठीक है जी। एरियाज़ की रिपीटड मिसटेक सेम ही कर रहा कि अपॉस्ट्रोफी यूज़ कर रहा, जबकि उन्हें यूज़ करना सी इत्थे नूं एज ए प्लूरल यूज़ करके। सो इन द रूरल एरियाज़ कहना चाहुंदा कि रूरल एरियाज़ दे विच जबकि इहदा मीनिंग चेंज हो जाता, अपॉस्ट्रोफी इहदा मतलब ये बन जाता एरिए दा जां एरिए दी। सो इस करके ये साडा वर्ड फॉर्मेशन दे विच फिर गलत काउंट किया जाना। देयर आर नो सोर्स ऑफ इनकम एक्सैप्ट एग्रीकल्चर। हुण देखो सोर्स ऑफ इनकम, एग्रीकल्चर सोर्स ऑफ इनकम नहीं, एग्रीकल्चर एक ऑक्यूपेशन है, इतों सानूं इनकम आउंदी, इहनूं थोड़ा जिहा इत्थे चेंज करके लिखना है। सो मीनिंग थोड़ा जिहा इधर उधर हो रहा है भी। उस तो अगे उन्हें डेयरी यूज़ करना सी बट उन्हें इत्थे डायरी यूज़ किया होया। सो अगेन स्पैलिंग दी मिसटेक्स आ गई इत्थे। उस तो बाद बट द एजुकेटेड यंगस्टर्स आर नॉट इंटरस्टेड टू एंगेज इन दीज वर्क्स, सो दे माइग्रेटेड। आई डोंट नो वाई मैं इत्थे एंगेज नूं क्यों इस तरीके नाल कीता होया। सो मिसटेक हैगी है मेरी। सिटीज़ नूं रिपीट किया होया एज अ लॉट ऑफ ऑर्गेनाइजेशंस विच wants an educated works, it can be beneficial for them. So this is one of the reason why individuals leave countryside. Repeated word है underline किया हुआ। Moreover the facilities such as health, education etc etc the student spelling फिर गलत है। So सारी spelling दी mistake again आ गई है इत्थे। Are less available in villages as compared to urban areas, again mistake। वर्ड इट मीनस कि स्टूडेंट ਨੂੰ ਇਹ वर्ड यूज़ करना नहीं ਹੁੰਦਾ, ਈਵਨ ਉਹਨੂੰ ਅਪੋਸਟ੍ਰਫੀ ਦੀ ਅੰਡਰਸਟੈਂਡਿੰਗ ਵੀ ਨਹੀਂ ਹੈਗੀ ਜਿਹੜੀ ਆਪਾਂ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਦੇ ਵਿੱਚ ਦੇਖਾਂਗੇ। ਸੋ ਅਗੇਨ ਇਹ ਮਿਸਟੇਕ ਹੈਗੀ ਹੈ। ਸਿਟੀज़ ਨੂੰ ਰਿਪੀਟ ਕੀਤਾ, ਇੰਪਲੋਇਮੈਂਟ, ਇਹ ਸਟੂਡੈਂਟ ਸਾਡੇ ਰਿਪੀਟਡ ਵਰਡਸ ਆ ਗਏ। ਸਟ੍ਰਿੰਜੈਂਟ ਦੇ ਵਿੱਚ ਅਗੇਨ ਸਪੈਲਿੰਗ ਮਿਸਟੇਕਸ ਆ। ਸੋ ਸਟ੍ਰਿੰਜੈਂਟ ਐਕਚੁਅਲੀ ਇਹਨੇ ਯੂਜ਼ ਕਰਨਾ ਸੀ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਰਡ ਰੂਲਸ। ਸੋ ਅਗੇਨ ਵਰਡਸ ਦੀ ਜਿਹੜੀ ਮਿਸਟੇਕਸ ਹੈਗੀਆਂ। ਸੋ ਇਸ ਕਰਕੇ ਸਟੂਡੈਂਟ ਇਹਦੇ ਵਿੱਚ ਫਿਰ ਵੀ ਸਾਡੀਆਂ ਜਿਹੜੀਆਂ ਮਿਸਟੇਕਸ ਹੈਗੀਆਂ ਸਪੈਲਿੰਗ ਦੀਆਂ ਉਹ 1-2 ਵਰਡਸ ਦੀਆਂ ਰਿਪੀਟਡ ਵਰਡਸ ਆ, ਕੁਛ ਕੁ ਜ਼ਿਆਦਾ ਨਹੀਂ ਹੈਗੇ। ਇਸ ਕਰਕੇ ਇਹਨੂੰ ਮੈਂ 5.5 ਨਹੀਂ ਜਾਂ 5 ਨਹੀਂ 6 ਬੈਂਡ ਦੇ ਵਿੱਚ ਰੱਖਿਆ ਕੋਹੇਰੈਂਸ ਲੈਕਸੀਕਲ ਰਿਸੋਰਸਿਸ ਦੇ ਕਰਕੇ। ਸੋ ਲੈਕਸੀਕਲ ਰਿਸੋਰਸਿਸ ਦੇ ਲਈ ਸਟੂਡੈਂਟ ਇਸ ਐਸੇ ਨੂੰ ਆਪਾਂ ਦੇ ਦਿੱਤੇ ਆ 6 ਬੈਂਡ, ਠੀਕ ਹੈ ਜੀ। ਐਂਡ ਦੇ ਵਿੱਚ ਓਵਰਆਲ ਸਾਰਾ ਤੁਹਾਨੂੰ ਕਲੀਅਰ ਕਰਕੇ ਦੱਸੂਗਾ। ਸੋ ਫਾਈਨਲੀ ਸਾਡੀ ਸਟੂਡੈਂਟ ਇੱਕ ਚੀਜ਼ ਬਚੀ ਹੈ, ਦੈਟ ਇਜ਼ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ, ਮੀਨਸ ਕਿ ਸੈਂਟੈਂਸ ਕਿੱਦਾਂ ਦੇ ਬਣਾਏ ਸਟੂਡੈਂਟ ਨੇ, ਉਸ ਚੀਜ਼ 'ਤੇ ਫੋਕਸ ਕਰਾਂਗੇ। ਦੈਨ ਫਾਈਨਲੀ ਇੱਕ ਓਵਰਆਲ ਸਕੋਰ ਜਿਹੜਾ ਆਪਾਂ ਕਵਰ ਕਰਾਂਗੇ। ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਇਟ ਮੀਨਸ ਕਿ 3-4 ਚੀਜ਼ਾਂ ਦੇਖੀਆਂ ਜਾਣੀਆਂ ਤੁਹਾਡੀ ਸੈਂਟੈਂਸ ਫਾਰਮੇਸ਼ਨ, ਸੈਂਟੈਂਸ ਵਰਾਇਟੀ, ਪੰਕਚੁਏਸ਼ਨ। ਸੋ ਇਹਦਾ ਵੀ ਸਾਨੂੰ ਸਕੋਰ ਮਿਲਦਾ, ਬਹੁਤ ਈਜ਼ੀ ਹੁੰਦਾ ਇਸ ਵਿੱਚ ਸਕੋਰ ਲੈਣਾ ਜੇਕਰ ਤੁਸੀਂ ਇੱਕ ਚੰਗੇ ਟੀਚਰ ਤੋਂ ਪੜ੍ਹ ਰਹੇ ਹੋ ਜਿਹੜਾ ਤੁਹਾਨੂੰ ਹਰੇਕ ਤਰ੍ਹਾਂ ਦੀ ਗ੍ਰਾਮਰ ਸਿਖਾ ਰਿਹਾ, ਹਰੇਕ ਤਰ੍ਹਾਂ ਦੇ ਸੈਂਟੈਂਸ ਬਣਾਉਣੇ ਸਿਖਾ ਰਿਹਾ। ਸੋ ਯੂਜ਼ਸ ਓਨਲੀ ਅ ਲਿਮਟਡ ਰੇਂਜ ਆਫ ਸਟਰਕਚਰਸ, ਇਟ ਮੀਨਸ ਕਿ ਸਟੂਡੈਂਟ ਨੇ ਜਿਹੜੇ ਇਹਦੇ ਵਿੱਚ ਸੈਂਟੈਂਸ ਯੂਜ਼ ਕੀਤੇ ਆ ਉਹ ਜ਼ਿਆਦਾ ਵਾਈਡ ਰੇਂਜ ਦੇ ਨਹੀਂ ਹੈਗੇ, ਉਹਦੇ ਵਿੱਚ ਵੈਰਾਈਟੀ ਜ਼ਿਆਦਾ ਸ਼ੋਅ ਨਹੀਂ ਕੀਤੀ ਹੈਗੀ। ਹਾਲਾਂਕਿ ਇਸ ਐਸੇ ਦੇ ਵਿੱਚ ਸਟੂਡੈਂਟ ਨੇ ਅਲੱਗ-ਅਲੱਗ ਤਰ੍ਹਾਂ ਦੇ ਐਸੇਸ ਨੂੰ ਸੈਂਟੈਂਸਸ ਨੂੰ ਯੂਜ਼ ਕੀਤਾ ਹੋਇਆ। ਇਹਦੇ ਵਿੱਚ ਕੰਡੀਸ਼ਨਲਸ ਨੇ, ਇਹਦੇ ਵਿੱਚ ਰਿਲੇਟਿਵ ਪ੍ਰੋਨਾਉਨ ਵਾਲੇ ਸੈਂਟੈਂਸਸ ਹੈਗੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਸੀ ਕਿ ਥੋੜ੍ਹਾ ਜਿਹਾ ਜ਼ਿਆਦਾ, ਬਟ ਮਿਸਟੇਕਸ ਜ਼ਿਆਦਾ ਹੋਣ ਕਰਕੇ ਇਸ ਨੂੰ ਮੈਂ 6 ਬੈਂਡ ਦੀ ਕੈਟੇਗਰੀ ਦੇ ਵਿੱਚ ਹੀ ਰੱਖਿਆ, ਕਿਉਂਕਿ ਸੈਂਟੈਂਸਸ ਦੇ ਵਿੱਚ ਮਿਸਟੇਕਸ ਹੈ ਜਿਹੜੀਆਂ ਆਪਾਂ ਹੁਣੇ ਸਟੱਡੀ ਕਰਾਂਗੇ। ਸੋ ਇੱਕ ਸਟੂਡੈਂਟ ਖਿਆਲ ਰੱਖੋ ਪਿੰਕ ਕਲਰ ਅਤੇ ਪਿੰਕ ਕਲਰ ਹੀ ਖਿਆਲ ਰੱਖਣਾ, ਆਪਾਂ ਬਲੂ ਵਾਲਾ ਆਲਰੇਡੀ ਦੇਖ ਚੁੱਕੇ ਹਾਂ। ਸੋ ਸੈਂਟੈਂਸਸ ਦੇ ਲਈ ਮੈਂ ਪਿੰਕ ਕਲਰ ਨੂੰ ਯੂਜ਼ ਕੀਤਾ ਹੋਇਆ। ਉਸ ਤੋਂ ਬਾਅਦ attempts complex sentences but these tend to be less accurate than simple sentences. What does it mean? कि स्टूडेंट ने अटैम्प्ट किए ने कंपलैक्स सेंटेंस, बट कहता कि ये जोड़े सेंटेंस आ सिंपल सेंटेंसिस के नालों भी ज़्यादा गलत है। इट मीनस कि एग्जामिनर कह रहा कि सिंपल सेंटेंस ज़्यादा बैटर है, कंपलैक्स जोड़े उन्होंने अटैम्प्ट किए उन्होंने काफ़ी ज़्यादा मिसटेक्स हैगियां। सो वो मिसटेक्स तुहानूं दिखाऊंगा ये मैं। नंबर 3 मे मेक फ्रीकुएंट ग्रामैटिकल एरर्स। फ्रीकुएंट ग्रामैटिकल एरर्स मीनस कि बार बार ग्रामर ਦੀਆਂ ਗਲਤੀਆਂ ਕੀਤੀਆਂ ਹੋਈਆਂ। एंड पंक्चुएशन मे बी फॉल्टी, तो पंक्चुएशन दे विच भी गलतियां आ। एरर्स कैन कॉज सम डिफिकल्टी फॉर द रीडर, तो ये जोड़े एरर्स किए हुए आ ये नाल पढ़ने वाले नूं प्रॉब्लम आ रही है। ये सारियां चीज़ां हुण मैं तुहानूं इस ऐसे दे विच दिखाऊंगा। सो फस्ट सेंटेंस अगर आपां देखीए तो हैगा द वास्ट majority ऑफ पॉपूलेशन इज़ शिफ्टड फ्रॉम रूरल एरियाज़ टू अर्बन एरियाज़। स्टूडेंट
ਹੁਣ ਇੱਥੇ ਉਹਨੂੰ ਸਟੂਡੈਂਟ ਨੇ ਪੈਸਿਵ ਵੌਇਸ ਯੂਜ਼ ਕੀਤਾ, ਜਦ ਕਿ ਪੈਸਿਵ ਵੌਇਸ ਦਾ ਮੀਨਿੰਗ ਇੱਥੇ ਬਣ ਗਿਆ, ਵੈਸੇ ਤਾਂ ਇੱਥੇ ਦਾਦੀਗਾ ਇਹ ਲੱਗਣਾ ਸੀ ਕਿ ਇੱਕ ਜ਼ਿਆਦਾ ਬਹੁਤ ਵੱਡੀ ਮੈਜੋਰਟੀ ਜਿਹੜੀ ਪੋਪੂਲੇਸ਼ਨ ਦੀ ਆ ਉਸ ਨੂੰ ਸ਼ਿਫਟ ਕੀਤਾ ਗਿਆ ਆ ਰੂਰਲ ਏਰੀਆਜ਼ ਟੂ ਅਰਬਨ ਏਰੀਆਜ਼। ਪੈਸਿਵ ਵੌਇਸ ਗ੍ਰਾਮੈਟੀਕਲੀ ਇੱਥੇ ਸਹੀ ਆ, ਬਟ ਇਹਦਾ ਮੀਨਿੰਗ ਜਿਹੜਾ ਆ ਉਹ ਮੀਨਿੰਗ ਨਹੀਂ ਆ ਰਿਹਾ ਜਿਹੜਾ ਸਟੂਡੈਂਟ ਐਕਚੁਅਲ 'ਚ ਦੇਣਾ ਚਾਹੁੰਦਾ। ਸੋ ਸ਼ਿਫਟਿੰਗ ਨੂੰ ਐਜ਼ ਏ ਕੰਟੀਨਿਊਸ ਬਣਾ ਕੇ ਯੂਜ਼ ਕਰਦਾ ਅਤੇ ਇਹ ਸੈਂਟੈਂਸ ਨੂੰ ਜ਼ਿਆਦਾ ਵਧੀਆ ਮੰਨਿਆ ਜਾ ਸਕਦਾ ਸੀ। ਹਾਲਾਂਕਿ ਗ੍ਰਾਮੈਟੀਕਲੀ ਐਕੂਰੇਟ ਆ, ਬਟ ਅਕੋਰਡਿੰਗ ਟੂ ਐਸੇ ਜਿਹੜਾ ਇੱਥੇ ਪੈਸਿਵ ਆ ਉਹ ਮਿਸਟੇਕ ਆ, ਮੀਨਿੰਗ ਸਹੀ ਨਹੀਂ ਦੇ ਰਿਹਾ। ਸੋ ਇਸ ਕਰਕੇ ਇੱਥੇ ਪੈਸਿਵ ਗਲਤ ਹੋ ਗਿਆ। ਨੰਬਰ 2 ਤੇ ਦਿਸ ਇਜ਼ ਹੈਪਨਿੰਗ ਇਨ ਡਿਫਰੈਂਟ ਪਾਰਟਸ ਆਫ ਦ ਗਲੋਬ ਬਟ ਇਟ ਮੇ ਕਾਜ਼ਿੰਗ। ਸੋ ਮਾਡਲ ਨੂੰ ਯੂਜ਼ ਕਰਦਾ ਪਿਆ ਕਿ ਇਟ ਮੇ ਕਾਜ਼ਿੰਗ ਸਮ ਡੈਟਰੀਮੈਂਟਲ ਇਫੈਕਟਸ ਔਨ ਸਿਟੀਜ਼, ਕਿ ਇਹਦੇ ਸ਼ਹਿਰਾਂ ਦੇ ਉੱਤੇ ਕੁਛ ਕੁ ਇੰਪੈਕਟਸ ਹੋ ਸਕਦੇ ਹਨ। ਬਟ ਜਦੋਂ ਵੀ ਆਪਾਂ ਮਾਡਲ ਨੂੰ ਐਜ਼ ਏ ਐਕਟਿਵਸ ਫਾਰਮ 'ਚ ਯੂਜ਼ ਕਰਦੇ ਹਾਂ ਅਤੇ ਮਾਡਲ ਆਪਣੇ ਤੋਂ ਬਾਅਦ V1 ਵਰਬ ਦੀ ਫਸਟ ਫਾਰਮ ਨੂੰ ਯੂਜ਼ ਲੈਂਦਾ ਆ, ਨਾ ਕਿ ING ਨੂੰ। ਸੋ ਇਸ ਕਰਕੇ ਅਗੇਨ ਇੱਥੇ ਇੱਕ ਗ੍ਰਾਮੈਟੀਕਲ ਮਿਸਟੇਕ ਸਟੂਡੈਂਟ ਨੇ ਸੈਂਟੈਂਸ ਦੇ ਵਿੱਚ ਕੀਤੀ। ਸੋ ਪਹਿਲੇ ਸੈਂਟੈਂਸ 'ਚ ਵੀ ਮਿਸਟੇਕ ਆ, ਦੂਸਰੇ ਵਿੱਚ ਵੀ ਮਿਸਟੇਕ ਆ। ਪਹਿਲਾ ਗ੍ਰਾਮੈਟੀਕਲੀ ਸਹੀ ਆ ਬਟ ਅਕੋਰਡਿੰਗ ਟੂ ਸਿਚੁਏਸ਼ਨ ਸਹੀ ਨਹੀਂ ਹੈਗਾ। ਦੂਸਰਾ ਸਾਡਾ ਗ੍ਰਾਮੈਟੀਕਲੀ ਸਹੀ ਆ, ਵਰਬ ਗਲਤ ਯੂਜ਼ ਕੀਤਾ ਹੋਇਆ। ਉਸ ਤੋਂ ਬਾਅਦ ਸਟੂਡੈਂਟ ਅੱਗੇ ਆ ਜੀ ਆਪਾਂ, The people migrate to cities because of employment as well as facilities. Solving these problem, the government provide better infrastructure to villages. ਸੋ ਇੱਥੇ ਐਗਜ਼ਾਮੀਨਰ ਨੂੰ ਐਕਚੁਅਲ 'ਚ ਸਟੂਡੈਂਟ ਕੀ ਦੱਸਣਾ ਚਾਹੁੰਦਾ ਕਿ ਜੇਕਰ ਸਰਕਾਰ ਇਹਨਾਂ ਨੂੰ ਸੋਲਵ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਬੈਟਰ ਇਨਫਰਾਸਟਰਕਚਰ ਪ੍ਰੋਵਾਈਡ ਕਰਨਾ ਚਾਹੀਦਾ। ਸੋ ਸੋਲਵਿੰਗ ਨੂੰ ਆਪਾਂ ਐਜ਼ ਏ ਇਸ ਤਰੀਕੇ ਨਾਲ ਯੂਜ਼ ਨਹੀਂ ਕਰ ਸਕਦੇ। ਆ ਸੈਂਟੈਂਸ ਦਾ ਮੀਨਿੰਗ ਨਹੀਂ ਆ ਰਿਹਾ ਸੋਲਵਿੰਗ ਥੀਸ ਪ੍ਰੋਬਲਮਸ। ਐਕਚੁਅਲ 'ਚ ਇਹ ਸੈਂਟੈਂਸ ਬਣਨਾ ਸੀ ਇਨ ਆਰਡਰ ਟੂ ਸੋਲਵ ਥੀਸ ਪ੍ਰੋਬਲਮਸ, ਫਿਰ ਇੱਥੇ ਲੱਗਣਾ ਸੀ ਕੌਮਾ। ਸੋ ਸਾਡੀ ਦੇਖੋ ਇੱਥੇ ਜਿਹੜੀ ਕੀ ਆ ਗਈ ਸਟੂਡੈਂਟਸ ਪੰਕਚੁਏਸ਼ਨ ਦੀ ਗਲਤੀ ਆ ਗਈ ਆ, ਕੌਮਾ ਲੱਗਣਾ ਸੀਗਾ। ਗਵਰਨਮੈਂਟ ਪ੍ਰੋਵਾਈਡ V1 ਯੂਜ਼ ਕੀਤੀ ਹੈ, ਠੀਕ ਆ। ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਸੈਂਟੈਂਸ ਸਹੀ ਆ, ਬਟ ਸਟੂਡੈਂਟ ਐਕਚੁਅਲੀ ਇੱਥੇ ਉਹ ਸਲਾਹ ਦੇ ਰਿਹਾ, ਸੁਜੈਸ਼ਨ ਦੇ ਰਿਹਾ। ਸੋ ਇਸ ਕਰਕੇ ਉਹਨੂੰ ਇੱਥੇ ਸ਼ੁੱਡ ਯੂਜ਼ ਕਰਨਾ ਚਾਹੀਦਾ ਸੀਗਾ। ਸੋ V1 ਤੋਂ ਪਹਿਲਾਂ ਇਸ ਕਰਕੇ ਇੱਥੇ ਥੋੜ੍ਹੀ ਫਿਰ ਗ੍ਰਾਮਰ ਦੀ ਜਿਹੜੀ ਮਿਸਟੇਕ ਹੈਗੀ ਆ, ਮੀਨਸ ਕਿ ਐਕਚੁਅਲ 'ਚ ਕਿਹੜਾ ਸੈਂਟੈਂਸ ਚਾਹੀਦਾ ਉਹ ਸਟੂਡੈਂਟ ਨੂੰ ਇੱਥੇ ਨਹੀਂ ਪਤਾ ਹੈਗਾ। ਨੈਕਸਟ, to begin with, why individuals migrate to cities? Because they want to hold a better employment. ਸੋ ਇੰਪਲੋਇਮੈਂਟ ਲਈ ਸਟੂਡੈਂਟ ਇੱਥੇ ਉਹਨੇ ਆਰਟੀਕਲ A ਯੂਜ਼ ਕੀਤਾ ਗਿਆ। ਆਰਟੀਕਲ A ਉਦੋਂ ਯੂਜ਼ ਕੀਤਾ ਜਾਂਦਾ ਜਦੋਂ ਸਾਡਾ ਜਿਹੜਾ ਨਾਊਨ ਆ ਉਹ ਸਿੰਗੂਲਰ ਐਂਡ ਕਾਊਂਟੇਬਲ ਹੋਵੇ, ਜਦ ਕਿ ਇੰਪਲੋਇਮੈਂਟ ਵਰਡ ਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ। ਇਸ ਕਰਕੇ ਇੱਥੇ ਆਰਟੀਕਲ ਜਿਹੜਾ ਅਗੇਨ ਇੱਕ ਮਿਸਟੇਕ ਬਣ ਗਿਆ ਗ੍ਰਾਮਰ ਦੀ, ਜਿਹੜਾ ਕਿ ਐਗਜ਼ਾਮਿਨਰ ਸਟੂਡੈਂਟ ਨੂੰ ਨਹੀਂ ਪਤਾ ਕਿ ਆਰਟੀਕਲ ਨੂੰ ਕਿਵੇਂ ਯੂਜ਼ ਕਰਨਾ ਸੀਗਾ। ਸੋ ਇੱਥੇ ਐਕਚੁਅਲ 'ਚ ਆਰਟੀਕਲ ਅਵੋਇਡ ਕਰਨਾ ਸੀਗਾ। ਉਸ ਤੋਂ ਬਾਅਦ ਟੂ ਜਸਟੀਫਾਈ ਇਨ ਦਾ ਰੂਰਲ ਏਰੀਆਜ਼ ਦੇਅਰ ਆਰ ਨੋ ਸੋਰਸ ਆਫ ਇਨਕਮ ਐਕਸੈਪਟ ਐਗਰੀਕਲਚਰ। ਦੇਅਰ ਆਰ ਨੋ ਸੋਰਸ, ਐਕਚੁਅਲ 'ਚ ਆਰ ਲੱਗਿਆ ਸੀ ਅਤੇ ਇੱਥੇ ਸੋਰਸਸ ਹੋਣਾ ਚਾਹੀਦਾ ਸੀਗਾ, ਬਟ ਉਹਨੇ ਸਿੰਗੂਲਰ ਲਿਖਿਆ, ਵਰਬ ਪਲੂਰਲ ਆ। ਸੋ ਸਬਜੈਕਟ ਐਂਡ ਵਰਬ ਦੇ ਐਗਰੀਮੈਂਟ ਦੀ ਅਗੇਨ ਮਿਸਟੇਕ ਆ ਇੱਥੇ ਗ੍ਰਾਮਰ ਦੀ। ਚਲੋ ਅੱਗੇ ਦੇਖਦੇ ਹਾਂ ਇਸ ਤਰੀਕੇ ਨਾਲ। ਡਾਇਰੀ ਫਾਰਮਿੰਗ ਬਟ ਲਗਾਇਆ ਸਟੂਡੈਂਟ ਸ਼ਾਰਟ ਫਾਰਮ ਦੇ ਵਿੱਚ ਸੈਂਟੈਂਸ ਕੰਪਾਊਂਡ ਬਣਾਉਣਾ ਸੀਗਾ ਉਹਨੇ, ਬਟ ਇੱਥੇ ਪੰਕਚੁਏਸ਼ਨ ਦੀ ਜਗ੍ਹਾ 'ਤੇ ਉਹਨੇ ਕੌਮਾ ਲਾਉਣ ਦੀ ਜਗ੍ਹਾ 'ਤੇ ਫੁੱਲ ਸਟਾਪ ਯੂਜ਼ ਕਰ ਲਿਆ। ਅਗੇਨ ਪੰਕਚੁਏਸ਼ਨ ਦੀ ਮਿਸਟੇਕ ਇੱਥੇ ਫਿਰ ਸਟੂਡੈਂਟ ਨੇ ਕੀਤੀ ਹੋਈ ਆ। ਸੋ ਕੌਮਾ ਲੱਗਣਾ ਸੀ ਬਟ ਫੁੱਲ ਸਟਾਪ ਯੂਜ਼ ਕਰ ਲਿਆ। ਐਜੂਕੇਟਡ ਯੰਗਸਟਰਸ ਆਰ ਨਾਟ ਇੰਟਰਸਟਡ ਟੂ ਇੰਗੇਜ ਇਨ ਦਿਸ ਵਰਕ, ਸੋ ਦੇ ਮਾਈਗ੍ਰੇਟਡ ਮੀਨਸ ਕਿ ਸਬਜੈਕਟ ਐਂਡ ਵਰਬ ਦੀ ਸੈਕੰਡ ਫਾਰਮ, ਇਟ ਮੀਨਸ ਕਿ ਪਾਸਟ ਇੰਡੈਫੀਨਿਟ ਟੈਂਸ ਬਣ ਗਿਆ। ਜਦ ਕਿ ਪਾਸਟ ਇੰਡੈਫੀਨਿਟ ਟੈਂਸ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਪਾਸਟ ਦੀ ਗੱਲ ਕਰਦੇ ਹਾਂ, ਜਦ ਕਿ ਸਾਡਾ ਐਸੇ ਪ੍ਰੈਜ਼ੈਂਟ 'ਚ ਲਿਖਿਆ ਜਾ ਰਿਹਾ ਕਿ ਐਕਚੁਅਲ 'ਚ ਉਹ ਕਿਉਂ ਮਾਈਗ੍ਰੇਟ ਕਰਦੇ ਆ। ਸੋ V2 ਨੂੰ ਯੂਜ਼ ਕਰਕੇ ਇਹ ਗ੍ਰਾਮੈਟੀਕਲੀ ਸੈਂਟੈਂਸ ਸਹੀ ਹੈ, ਸਬਜੈਕਟ ਪਲੱਸ ਵਰਬ ਦੀ ਸੈਕੰਡ ਫਾਰਮ ਪਾਸਟ ਇੰਡੈਫਿਨਿਟ, ਬਟ ਅਕੋਰਡਿੰਗ ਟੂ ਸਿਚੁਏਸ਼ਨ ਇਹ ਸੈਂਟੈਂਸ ਇੱਥੇ ਸਹੀ ਨਹੀਂ ਹੈਗਾ। ਇਸ ਕਰਕੇ ਇਹਨੂੰ ਮੈਂ ਮਿਸਟੇਕ ਦੇ ਵਿੱਚ ਮੰਨਦਾ, ਕਿਉਂਕਿ ਮੀਨਿੰਗ ਚੇਂਜ ਕਰ ਦਿੰਦਾ, ਗੱਲ ਦਾ ਮੀਨਿੰਗ ਉਹ ਨਹੀਂ ਦਿੰਦਾ ਜੋ ਐਕਚੁਅਲ 'ਚ ਮੀਨਿੰਗ ਚਾਹੀਦਾ। So they migrated to cities as lots of organizations which wants an educated works, it can be beneficial for them. ਇੱਥੇ ਬਹੁਤ ਵੱਡੀ ਮਿਸਟੇਕ ਆ। ਸਟੂਡੈਂਟ ਨੇ ਕੰਪਲੈਕਸ ਸੈਂਟੈਂਸ ਅਟੈਂਪਟ ਕੀਤਾ ਆ ਐਡਜੈਕਟਿਵ ਕਲੋਜ਼ ਯੂਜ਼ ਕਰਕੇ, ਵਿੱਚ ਨੂੰ ਲਗਾਇਆ ਉਹਨੇ। ਸੋ ਦੇ ਮਾਈਗ੍ਰੇਟਡ ਟੂ ਸਿਟੀਜ਼ ਐਜ਼ ਲੋਟਸ ਆਫ ਦਾ ਮਤਲਬ ਬਹੁਤ ਜ਼ਿਆਦਾ, ਬਟ ਇੱਥੇ ਉਹਨੇ ਇੱਕ ਵਰਡ ਯੂਜ਼ ਕੀਤਾ ਆਰਗੇਨਾਈਜੇਸ਼ਨ, ਜਦ ਕਿ ਇੱਥੇ ਹੋਣਾ ਸੀ ਆਰਗੇਨਾਈਜੇਸ਼ਨਸ। ਸੋ ਆਰਗੇਨਾਈਜੇਸ਼ਨਸ ਦੇ ਲਈ ਉਹਨੇ ਯੂਜ਼ ਕਰ ਲਿਆ ਅੱਗੇ ਐਡਜੈਕਟਿਵ ਕਲੋਜ਼ ਵਿੱਚ। ਸੋ ਵਿਚ ਵਾਂਟਸ ਨੂੰ ਅੱਗੇ ਉਹਨੇ ਸਿੰਗੂਲਰ ਵਰਬ ਯੂਜ਼ ਕਰ ਲਿਆ ਪ੍ਰੈਜ਼ੈਂਟ ਇੰਡੈਫੀਨਿਟ, ਜਦ ਕਿ ਆਰਗੇਨਾਈਜੇਸ਼ਨਸ ਨੇ ਇੱਥੇ ਪਲੂਰਲ ਬਣ ਕੇ ਇੱਥੇ ਜਿਹੜਾ ਵਾਂਟ ਰਹਿਣਾ ਸੀਗਾ ਗੱਲਾਂ। ਸੋ ਅਗੇਨ ਮਿਸਟੇਕ ਆ, ਵਾਂਟਸ ਐਨ ਐਜੂਕੇਟਡ ਵਰਕਸ। ਸਟੂਡੈਂਟ ਉਹਨੇ ਕੀਤਾ ਕਿ ਹੁਣ ਮਿਸਟੇਕ ਦੇਖੋ ਕੀ ਹੋਈ ਆ, ਐਡਜੈਕਟਿਵ ਕਲੋਜ਼ ਲਗਾ ਕੇ ਇੱਥੇ ਫਿਰ ਸਬਜੈਕਟ ਲਗਾਤਾ। ਸੋ ਆ ਜਿੰਨਾ ਵੀ ਕੰਪਲੈਕਸ ਸੈਂਟੈਂਸ ਯੂਜ਼ ਕੀਤਾ ਕਿ ਦੇ ਮਾਈਗ੍ਰੇਟਡ ਟੂ ਸਿਟੀਜ਼ ਐਜ਼ ਲੋਟਸ ਆਫ ਆਰਗੇਨਾਈਜੇਸ਼ਨਸ ਵਿਚ ਵਾਂਟਸ ਐਨ ਐਜੂਕੇਟਡ ਵਰਕਸ, ਇਟ ਕੈਨ ਬੀ ਬੈਨੀਫੀਸ਼ੀਅਲ ਫॉर them, ਇਹ ਉਹਨਾਂ ਲਈ ਬੈਨੀਫੀਸ਼ੀਅਲ ਹੋ ਸਕਦਾ। ਕਹਿੰਦਾ ਕਿ ਇਸ ਕਰਕੇ ਉਹ ਸ਼ਹਿਰਾਂ 'ਚ ਮਾਈਗ੍ਰੇਟ ਹੋ ਗਿਆ ਕਿਉਂਕਿ ਬਹੁਤ ਸਾਰੇ ਆਰਗੇਨਾਈਜੇਸ਼ਨ ਜਿਹੜੇ ਐਜੂਕੇਟਡ ਵਰਕ ਚਾਹੁੰਦੇ ਆ, ਇਟ ਕੈਨ ਬੀ ਬੈਨੀਫੀਸ਼ੀਅਲ ਫॉर them। ਇੱਥੇ ਸੈਂਟੈਂਸ ਦਾ ਮੀਨਿੰਗ ਹੀ ਨਹੀਂ ਆ ਰਿਹਾ ਵੀ ਕਹਿਣਾ ਕੀ ਚਾਹ ਰਿਹਾ ਸਟੂਡੈਂਟ। ਸੋ ਇਸ ਕਰਕੇ ਕੰਪਲੈਕਸ ਸੈਂਟੈਂਸ ਅਟੈਂਪਟ ਕੀਤਾ ਸਟੂਡੈਂਟ ਨੇ,
ਬਟ ਮੀਨਿੰਗ ਨਹੀਂ ਦੇ ਰਿਹਾ, ਇਸ ਕਰਕੇ ਇਸ ਨੂੰ ਆਪਾਂ ਮਿਸਟੇਕ ਦੇ ਵਿੱਚ ਮੰਨਦੇ ਹਾਂ ਕਿ ਇਹਦੇ ਨਾਲੋਂ ਜਿਹੜੇ ਆਪਾਂ ਸਿੰਪਲ ਸੈਂਟੈਂਸ ਪੜ੍ਹ ਕੇ ਆਏ ਉਹ ਸਹੀ ਸੀਗੇ, ਜਿਹੜੇ ਕੰਪਲੈਕਸ ਅਟੈਂਪਟ ਕੀਤੇ ਉਹ ਸਹੀ ਇੰਨੇ ਨਹੀਂ ਹੈ। ਉਸ ਤੋਂ ਬਾਅਦ ਅਗਲੇ ਸੈਂਟੈਂਸਸ ਵੀ ਤੁਸੀਂ ਦੇਖ ਸਕਦੇ ਹਾਂ। ਦੇਅਰ ਆਰ ਮੈਜੋਰਟੀ ਆਫ ਬੈਟਰ ਐਜੂਕੇਸ਼ਨਲ ਇੰਸਟੀਟਿਊਸ਼ਨਸ। ਅਗਰ ਆਪਾਂ ਦੇਖੀਏ ਸਟੂਡੈਂਟਸ, ਇਨ ਸਿਟੀਜ਼, ਇੱਥੇ ਪਹਿਲੇ ਨੰਬਰ 'ਤੇ ਪੰਕਚੁਏਸ਼ਨ ਦੀ ਮਿਸਟੇਕ ਆ, ਕੌਮਾ ਚਾਹੀਦਾ ਸੀਗਾ। ਦੇਅਰ ਆਰ ਮੈਜੋਰਟੀ ਆਫ ਬੈਟਰ, ਸੋ ਆਰ ਨੇ ਲੱਗਣਾ ਸਟੂਡੈਂਟ, ਮੈਜੋਰਟੀ ਦੇ ਲਈ ਇੱਥੇ ਇਜ਼ ਲੱਗਣਾ ਸੀ। ਅਗੇਨ ਸਬਜੈਕਟ ਐਂਡ ਵਰਬ ਦੀ ਮਿਸਟੇਕ ਹੈਗੀ। ਮੈਜੋਰਟੀ ਆਫ ਬੈਟਰ ਐਜੂਕੇਸ਼ਨ ਇੰਸਟੀਟਿਊਸ਼ਨਸ ਵੇਅਰ ਚਿਲਡਰਨ ਗੈਟ ਸੁਪੀਰੀਅਰ ਐਜੂਕੇਸ਼ਨ ਐਂਡ ਇਫ ਐਨੀ। ਦੇਖੋ ਵੇਅਰ ਲਗਾ ਕੇ ਫਿਰ ਉਹਨੇ ਅੱਗੇ ਇੱਕ ਐਡਜੈਕਟਿਵ ਕਲੋਜ਼ ਦਾ ਯੂਜ਼ ਕੀਤਾ, ਇੱਥੇ ਤੱਕ ਤਾਂ ਸੈਂਟੈਂਸ ਸਹੀ ਆ। ਫਿਰ ਅੱਗੇ ਉਹਨੇ ਇੱਕ ਕੰਜੰਕਸ਼ਨ ਲਗਾਤੀ ਹੈ ਜਿਹਦੇ ਨਾਲ ਕੀ ਕੰਪਲੈਕਸ ਸੈਂਟੈਂਸ ਉਹਦਾ ਫਿਰ ਗਲਤ ਹੋ ਗਿਆ, ਬਿਕੋਜ਼ ਇੱਕ ਕੰਜੰਕਸ਼ਨ ਇੱਥੇ ਯੂਜ਼ ਕੀਤੀ, ਇੱਕ ਕੰਜੰਕਸ਼ਨ ਇੱਥੇ ਯੂਜ਼ ਕੀਤੀ। ਮਿਸਟੇਕ ਕਰ ਰਿਹਾ ਬਾਰ-ਬਾਰ, ਜਦੋਂ ਵੀ ਕੰਪਲੈਕਸ ਸੈਂਟੈਂਸ ਅਟੈਂਪਟ ਕਰਦਾ ਉਦੋਂ ਮਿਸਟੇਕ ਉਹਦੀ ਹੋ ਰਹੀ ਹੈ। ਸੋ ਇਫ ਐਨੀ ਪ੍ਰੋਬਲਮ ਰਿਲੇਟਡ ਟੂ ਹੈਲਥ, ਇਸ ਵਰਬ ਸੈਂਟੈਂਸ ਦੇ ਵਿੱਚ ਸਟੂਡੈਂਟ ਕੋਈ ਵੀ ਵਰਬ ਯੂਜ਼ ਨਹੀਂ ਕੀਤਾ। ਇਫ ਐਨੀ ਪ੍ਰੋਬਲਮ ਰਿਲੇਟਡ ਟੂ ਹੈਲਥ ਇਜ਼ ਦੇਅਰ, ਇਸ ਤਰੀਕੇ ਨਾਲ ਕੁਝ ਵਰਬ ਇੱਥੇ ਯੂਜ਼ ਕੀਤਾ ਜਾ ਸਕਦਾ ਸੀ ਇਹਨੂੰ ਵਧੀਆ ਬਣਾਉਣ ਦੇ ਲਈ। ਦ ਹੌਸਪੀਟਲਸ ਆਰ ਦੇਅਰ ਵਿਚ ਅਸਿਸਟ, ਫਿਰ ਅੱਗੇ ਕੰਪਲੈਕਸ ਸੈਂਟੈਂਸ ਅਟੈਂਪਟ ਕੀਤਾ, ਵਿਚ ਅਸਿਸਟ them ਟੂ ਰਿਡਿਊਸ ਪ੍ਰੋਬਲਮ। therefore the people shifted, ਅਗੇਨ ਪਾਸਟ ਇੰਡੈਫੀਨਿਟ ਗਲਤ ਤਰੀਕੇ ਨਾਲ ਯੂਜ਼ ਕਰ ਲਿਆ, ਜਦ ਕਿ ਇੱਥੇ ਪ੍ਰੈਜ਼ੈਂਟ ਇੰਡੈਫੀਨਾਈਟ ਹੀ ਲੱਗਣਾ ਸੀਗਾ। ਅਗਲੇ ਸੈਂਟੈਂਸਸ ਨੂੰ ਵੀ ਦੇਖ ਲੈਂਦੇ ਹਾਂ। ਗਵਰਨਮੈਂਟ ਡਿਵੈਲਪਡ, ਅਗੇਨ ਪਾਸਟ ਨੂੰ ਯੂਜ਼ ਕਰਦਾ ਪਿਆ, ਇਟ ਮੀਨਸ ਕਿ ਪਾਸਟ ਦੇ ਹੀ ਸਟੂਡੈਂਟ ਯੂਜ਼ ਕਰ ਰਿਹਾ, ਉਹਨੂੰ ਨਹੀਂ ਪਤਾ ਕਿ ਪ੍ਰੈਜ਼ੈਂਟ ਇੰਡੈਫੀਨਿਟ ਇੱਥੇ ਲੱਗਣਾ, ਕਿ ਗਵਰਨਮੈਂਟ ਨੇ ਡਿਵੈਲਪ ਕੀਤੀਆਂ ਬੈਂਕਸ, ਜਦ ਕਿ ਕਹਿੰਦਾ ਕੀ ਆ ਕਰਨੀਆਂ ਚਾਹੀਦੀਆਂ ਆ, ਉਹਨੂੰ ਸੁਜੈਸ਼ਨ ਦੇ ਰਿਹਾ ਸੀਗਾ ਆਪਣੀ ਇੱਥੇ। ਹੌਸਪੀਟਲ ਵੇਅਰ ਐਜੂਕੇਟਡ ਪੀਪਲ ਜੁਆਇਨ ਇੰਪਲੋਇਮੈਂਟ, ਕਿ ਜੇਕਰ ਸਰਕਾਰ ਨੇ ਬੈਂਕਸ ਐਂਡ ਹੌਸਪੀਟਲਸ ਨੂੰ ਡਿਵੈਲਪ ਕੀਤਾ ਜਿੱਥੇ ਕਿ ਐਜੂਕੇਟਡ ਪੀਪਲ ਇੰਪਲੋਇਮੈਂਟ ਜੁਆਇਨ ਕਰਦੇ ਆ, ਜਦ ਕਿ ਇੱਥੇ ਕੈਨ ਦੇ ਨਾਲ ਬਣਨਾ ਸੀ। ਦੇਖੋ ਆ ਪ੍ਰੈਜ਼ੈਂਟ 'ਚ ਲਿਖਦਾ ਪਿਆ, ਪਾਸਟ ਵਿੱਚ ਲਿਖੀ ਜਾ ਰਿਹਾ। ਸੋ ਮਿਸਟੇਕਸ ਅਗੇਨ ਜਿੱਥੇ ਵੀ ਕੰਪਲੈਕਸ ਸੈਂਟੈਂਸ ਹੈ, ਵਰਬ ਦੀਆਂ ਵਿੱਚ ਮਿਸਟੇਕਸ ਹੈਗੀਆਂ, ਰਿਪੀਟਡ ਮਿਸਟੇਕ। ਐਜ਼ ਅ ਰਿਜ਼ਲਟ ਦਾ ਮਾਈਗ੍ਰੇਸ਼ਨ ਟੂਵਰਡਸ ਸਿਟੀਜ਼ ਇਜ਼ ਡਿਕਰੀਜ਼, ਇਸ ਦੇ ਨਾਲ ਵਰਬ ਦੀ ਫਸਟ ਫਾਰਮ ਯੂਜ਼ ਕੀਤੀ ਆ, ਅਗੇਨ ਮਿਸਟੇਕ ਆ, ਬਿਕੋਜ਼ ਕਹਿਣਾ ਤਾਂ ਇਹ ਚਾਹੁੰਦਾ ਹੈਗਾ ਕਿ ਮਾਈਗ੍ਰੇਸ਼ਨ ਜਿਹੜੀ ਹੈ ਸ਼ਹਿਰਾਂ ਦੇ ਵੱਲ ਹੋ ਰਹੀ ਹੈ, ਉਸ ਨੂੰ ਘਟਾਇਆ ਜਾ ਸਕਦਾ। ਕੈਨ ਪਲੱਸ ਬੀ ਪਲੱਸ ਵਰਬ ਦੀ ਥਰਡ ਫਾਰਮ ਯੂਜ਼ ਕਰਕੇ ਪੈਸਿਵ ਲੱਗਣਾ ਸੀ, ਜਦ ਕਿ ਸਿਟੀਜ਼ ਇਜ਼ ਡਿਕਰੀਜ਼, ਇਸ ਦੇ ਨਾਲ ਕਦੀ ਵੀ ਫਸਟ ਫਾਰਮ ਯੂਜ਼ ਨਹੀਂ ਹੁੰਦੀ। ਅਗੇਨ ਜਿੱਥੇ ਵਰਬ ਦੀ ਸਾਡੀ ਮਿਸਟੇਕ ਆ, ਸੋ ਵਰਬ ਦੀਆਂ ਮਿਸਟੇਕਸ ਵਾਰ-ਵਾਰ ਆ, ਤੁਸੀਂ ਦੇਖ ਸਕਦੇ V2 ਯੂਜ਼ ਕੀਤੀ, V2 ਯੂਜ਼ ਕੀਤੀ, ਇੱਥੇ ਵੀ ਵਰਬ ਦੀਆਂ ਮਿਸਟੇਕਸ ਵਾਰ-ਵਾਰ ਹੋ ਰਹੀਆਂ। ਅਗੇਨ ਦੇਖ ਲੈਂਦੇ ਹਾਂ, ਲੋਟਸ ਆਫ ਇੰਡੀਵਿਜੂਅਲਸ ਗੈਟ ਦੇਅਰ ਜੌਬਸ ਇਨ ਕੰਟਰੀ ਸਾਈਡ, ਆਈ ਪਰਸਨਲੀ ਸੀ, ਫਿਰ ਪ੍ਰੈਜ਼ੈਂਟ ਇੰਡੈਫੀਨਿਟ, ਚਲੋ ਇਸ ਨੂੰ ਆਪਾਂ ਗਲਤ ਨਹੀਂ ਕਰਦੇ, ਇਹਨੂੰ ਸਹੀ ਕਰ ਲੈਣ। ਵੈਸੇ ਇੱਥੇ ਪ੍ਰੈਜ਼ੈਂਟ ਪਰਫੈਕਟ ਲੱਗਣਾ ਸੀ, ਆਈ ਹੈਵ ਪਰਸਨਲੀ ਸੀਨ। ਜਦੋਂ ਵੀ ਆਪਾਂ ਕੋਈ ਐਗਜ਼ਾਮਪਲ ਦਿੰਦੇ ਹਾਂ ਤੇ ਅਸੀਂ ਪ੍ਰੈਜ਼ੈਂਟ ਪਰਫੈਕਟ ਯੂਜ਼ ਕਰਦੇ ਹਾਂ। ਦੈਟ ਇਨ ਇੰਡੀਆ ਦਾ ਵਿਲੇਜਸ ਬਿਕਮ ਡਿਵੈਲਪ, ਅਗੇਨ ਵਰਬ ਦੀ ਫਸਟ ਫਾਰਮ ਐਂਡ ਇੱਧਰ ਵੀ ਵਰਬ ਦੀ ਫਸਟ ਫਾਰਮ, ਜਦ ਕਿ ਦੋ ਵਰਬ ਦੀਆਂ ਫਸਟ ਫਾਰਮਸ ਨਹੀਂ ਲੱਗ ਸਕਦੀਆਂ। ਫਿਰ ਇੱਕ ਵਾਰੀ ਵਰਬ ਦੀ ਮਿਸਟੇਕ ਕੀਤੀ ਆ। ਐਂਡ ਦਾ ਮੈਜੋਰਟੀ ਆਫ ਪਾਪੂਲੇਸ਼ਨ ਇਜ਼ ਸ਼ਿਫਟਡ, ਫਿਰ ਪੈਸਿਵ ਵੌਇਸ ਜਿਹੜੀ ਬਿਗਨਿੰਗ ਦੇ ਵਿੱਚ ਮਿਸਟੇਕ ਕੀਤੀ ਸੀਗੀ, ਉਹੀ ਮਿਸਟੇਕ ਸਟੂਡੈਂਟ ਨੇ ਇੱਥੇ ਆ ਕੇ ਫਿਰ ਰਿਪੀਟ ਕੀਤੀ ਹੋਈ ਆ, ਪੈਸਿਵ ਵੌਇਸ ਵਾਲੀ। ਸੋ ਅਗੇਨ ਲਾਸਟ ਕਨਕਲੂਜਨ ਦੇ ਵਿੱਚ ਇੱਕ ਦੋ ਸੈਂਟੈਂਸ ਆ। ਦ ਮੇਨ ਰੀਜ਼ਨ ਵਾਈ ਪੀਪਲ ਹੈਵ ਟੂ ਸਿਟੀਜ਼, ਹੈਵ ਟੂ ਮੋਡਲ ਤਾਂ ਯੂਜ਼ ਕਰ ਲਿਆ ਇੱਥੇ, ਬਟ ਵਰਬ ਦੀ ਫਸਟ ਫਾਰਮ ਨਾਲ ਲਗਾਈ ਨਹੀਂ ਇੱਥੇ, ਜਦ ਕਿ ਹੈਵ ਟੂ ਮੂਵ ਵਰਬ ਦੀ ਫਾਰਮ ਜਿਹੜੀ ਹੈ ਇੱਥੇ ਲੱਗਣੀ ਸੀਗੀ। ਅਗੇਨ ਵਰਬ ਦੀ ਮਿਸਟੇਕ ਕੀਤੀ ਆ। ਓਨਲੀ ਡਿਊ ਟੂ ਲੈਕ ਆਫ ਡਿਵੈਲਪਮੈਂਟ, ਇਟ ਇਜ਼ ਓਨਲੀ ਮਿਟੀਗੇਟ, ਇਟ ਇਜ਼ ਓਨਲੀ ਮਿਟੀਗੇਟ, ਇਸ ਦੇ ਨਾਲ ਅਗੇਨ V1 ਯੂਜ਼ ਕੀਤੀ ਹੈ, ਜਿਹੜੀ ਮਿਸਟੇਕ ਇੱਥੇ ਸੀਗੀ ਉਹੀ ਮਿਸਟੇਕ ਇੱਥੇ ਆ, ਇੱਥੇ ਨਹੀਂ ਹੋਣੇ। ਇਟ ਕੈਨ ਬੀ ਓਨਲੀ ਮਿਟੀਗੇਟਡ, ਇਸ ਤਰੀਕੇ ਨਾਲ ਇਹ ਸੈਂਟੈਂਸ ਬਣਾਇਆ ਜਾ ਸਕਦਾ ਹੈ। ਇਫ ਗਵਰਨਮੈਂਟ ਸ਼ੁੱਡ, ਮੋਡਲ ਦੇ ਨਾਲ ਇਫ ਕੰਡੀਸ਼ਨਲ ਦੇ ਨਾਲ ਮੋਡਲ ਇੱਥੇ ਯੂਜ਼ ਨਹੀਂ ਹੋਣਾ ਸੀਗਾ। ਅਗੇਨ ਇਫ ਗਵਰਨਮੈਂਟਸ ਟੇਕ ਸਟ੍ਰਿੰਜੈਂਟ ਐਕਸ਼ਨਸ, ਇਸ ਤਰੀਕੇ ਨਾਲ ਆਪਾਂ ਯੂਜ਼ ਕਰਨਾ ਸੀ ਇਹਨੂੰ, ਬਟ ਇੱਥੇ ਗਵਰਨਮੈਂਟ ਉਹਨੇ ਜਿਹੜਾ ਇਫ ਕੰਡੀਸ਼ਨਲ ਦੇ ਨਾਲ ਮੋਡਲ ਲਗਾ ਕੇ ਅਗੇਨ ਵਰਬ ਦੀ ਗਲਤੀ ਕੀਤੀ। ਸੋ ਵਾਰ-ਵਾਰ ਵਰਬ ਦੀਆਂ ਗਲਤੀਆਂ, ਆਰਟੀਕਲ ਦੀਆਂ ਗਲਤੀਆਂ। ਉਸ ਤੋਂ ਬਾਅਦ ਸਟੂਡੈਂਟ ਜਿਹੜੀਆਂ ਹੈਗੀਆਂ ਆ ਕੰਪਲੈਕਸ ਸੈਂਟੈਂਸ ਦੇ ਵਿੱਚ ਮਿਸਟੇਕਸ ਹੈਗੀਆਂ, ਬਹੁਤ ਜ਼ਿਆਦਾ ਸਮਝਣ 'ਚ ਪ੍ਰੋਬਲਮ ਆ ਰਹੀ ਆ। ਤੇ ਇੱਥੇ ਵੀ ਸਾਡਾ ਕੀ ਮਾਰਕਿੰਗ ਕ੍ਰਾਈਟੇਰੀਆ ਕਹਿ ਰਿਹਾ, ਯੂਜ਼ਸ ਓਨਲੀ ਲਿਮਟਡ ਰੇਂਜ ਆਫ ਸਟਰਕਚਰ, ਹਾਲਾਂਕਿ ਸੈਂਟੈਂਸ ਅਲੱਗ-ਅਲੱਗ ਤਰ੍ਹਾਂ ਦੇ ਯੂਜ਼ ਕੀਤੇ ਆ, ਇਸ ਨੂੰ ਆਪਾਂ ਅਵੋਇਡ ਕਰ ਦਿੰਦੇ ਹਾਂ ਥੋੜ੍ਹਾ ਜਿਹਾ। ਅਟੈਂਪਟ ਕੰਪਲੈਕਸ ਸੈਂਟੈਂਸਸ ਬਟ ਦੀਸ ਟੈਂਡ ਟੂ ਬੀ ਲੈਸ ਐਕੂਰੇਟ ਦੈਨ ਸਿੰਪਲ, ਕੋਸ਼ਿਸ਼ ਕੀਤੀ ਹੈ ਕੰਪਲੈਕਸ ਸੈਂਟੈਂਸਸ ਦੀ, ਬਟ ਉਹ ਸਿੰਪਲ ਨਾਲੋਂ ਵੀ ਜ਼ਿਆਦਾ ਗਲਤ ਆ। ਬਾਰ-ਬਾਰ ਗ੍ਰਾਮੈਟੀਕਲ ਐਰਰਸ ਕੀਤੀਆਂ, ਤੁਸੀਂ ਦੇਖ ਲਿਆ ਇਹਦੇ ਵਿੱਚ ਪੰਕਚੁਏਸ਼ਨ ਦੀਆਂ ਗਲਤੀਆਂ ਕੀਤੀਆਂ, ਬਟ ਹਾਲਾਂਕਿ ਮੀਨਿੰਗ ਜਿਹੜਾ ਕਹਿਣ ਦਾ ਉਹਦਾ ਕਲੀਅਰ ਹੋ ਰਿਹਾ ਵੀ ਉਹ ਕਹਿਣਾ ਕੀ ਚਾਹ ਰਿਹਾ। ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਦੇ ਲਈ ਸਟੂਡੈਂਟ ਇਹਨੂੰ ਜਿਹੜਾ ਮੈਂ 5 ਬੈਂਡ ਦੇ ਰਿਹਾ, ਜਦ ਕਿ ਮੈਨੂੰ ਲੱਗਦਾ ਪਹਿਲਾਂ 6 ਬੋਲ ਦਿੱਤਾ ਸੀ। ਤੁਸੀਂ ਮਿਸਟੇਕਸ ਦੇਖ ਸਕਦੇ ਹਾਂ ਕਾਫੀ ਕੀਤੀਆਂ ਹੋਈਆਂ। ਸੋ ਇਸ ਤਰ੍ਹਾਂ ਅਗਰ ਆਪਾਂ ਓਵਰਆਲ ਸਾਰੇ ਐਸੇ ਦੀ ਗੱਲ ਕਰੀਏ ਤਾਂ ਮੈਂ ਦੇਖ ਸਕਦੇ ਸੀ ਅਲੱਗ-ਅਲੱਗ ਮੈਂ ਇਹਨੂੰ ਜਿਹੜਾ ਰੱਖਿਆ ਹੋਇਆ ਸੀਗਾ ਕਿਸੇ, ਇੱਥੇ ਸਾਡਾ ਸੀਗਾ ਟਾਸਕ ਰਿਸਪੌਂਸ ਤੋਂ ਬਾਅਦ ਅਸੀਂ ਕੋਹੇਰੈਂਸ ਐਂਡ ਕੋਹੀਜ਼ਨ ਬਲੂ ਕਲਰ ਦੇ ਵਿੱਚ, ਉਸ ਤੋਂ ਬਾਅਦ ਵੋਕੈਬਲਰੀ ਦੇਖੀ ਆਪਾਂ ਔਰੇਂਜ ਦੇ ਵਿੱਚ, ਐਂਡ ਦੈਨ
ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਪਿੰਕ ਕਲਰ ਦੇ ਵਿੱਚ ਅਲੱਗ-ਅਲੱਗ ਕਲਰਸ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਓਵਰਆਲ ਅਗਰ ਆਪਾਂ ਗੱਲ ਕਰੀਏ ਤੇ ਸਟੂਡੈਂਟ ਆਪਾਂ ਟਾਸਕ ਰਿਸਪੌਂਸ ਦੇ ਵਿੱਚ ਐਗਜ਼ਾਮ ਸਟੂਡੈਂਟ ਨੂੰ ਦਿੱਤੇ ਸੀਗੇ 6 ਬੈਂਡਸ। ਉਸ ਤੋਂ ਬਾਅਦ ਸੀਗੀ ਸਾਡੀ ਕੋਹੇਰੈਂਸ ਐਂਡ ਕੋਹੀਜ਼ਨ 5 ਤੋਂ ਥੋੜ੍ਹੇ ਜਿਹੇ ਅਬਵ ਰੱਖਿਆ ਸੀਗਾ। ਸੋ ਕੋਹੇਰੈਂਸ ਐਂਡ ਕੋਹੀਜ਼ਨ ਦੇ ਵਿੱਚ 5.5 ਸੀਗੇ। ਲੈਕਸੀਕਲ ਰਿਸੋਰਸਸ ਮੀਨਸ ਕਿ ਸਾਡੀ ਵੋਕੈਬਲਰੀ ਉਹਦੇ ਲਈ ਆਪਾਂ 6 ਰੱਖੇ ਸੀਗੇ ਸਕੋਰ। ਅਤੇ ਫਾਈਨਲੀ ਸਾਡੀ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਦੇ ਲਈ ਮੈਂ ਇਸ ਨੂੰ 5 ਤੋਂ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦਾ ਬਿਕੋਜ਼ ਬਹੁਤ ਜ਼ਿਆਦਾ ਮਿਸਟੇਕਸ ਤੁਸੀਂ ਦੇਖੀਆਂ ਗ੍ਰਾਮਰ ਦੇ ਵਿੱਚ। ਸੋ ਓਵਰਆਲ ਆਪਾਂ ਇਹਨੂੰ ਕੰਬਾਈਨ ਕਰੀਏ ਤਾਂ 6 + 6 ਸਾਡੇ 12 ਹੋ ਗਏ ਐਂਡ 5 + 5 ਸਾਡੇ 10.5 ਹੋ ਗਏ। ਅਗਰ ਆਪਾਂ ਓਵਰਆਲ ਦੇਖੀਏ ਤਾਂ ਇਹ ਬਣਦੇ ਆ 22.5 which can be divided by 4 because we have 4 1 2 3 and 4। तो अगर आप इनू 4 ਨਾਲ डिवाइड करिए तो स्टूडेंट साडा ओवरऑल स्कोर जिहड़ा आ 5.5 ਦੇ ਨੇੜੇ ਤੇੜੇ ਜਾਂ ਇਸ ਤਰੀਕੇ ਨਾਲ ਹੋ ਸਕਦਾ। ਸੋ ਓਵਰऑल ਸਾਡਾ ਜਿਹੜਾ ਬੈਂਡ ਸਕੋਰ ਇਸ ਐਸੇ ਦਾ 5.5 ਹੀ ਬਣਨਾ। ਕਾਰਨ ਤੁਸੀਂ ਦੇਖ ਲਿਆ ਕੀ ਹੈਗਾ, ਕਿਹੜੀਆਂ ਚੀਜ਼ਾਂ ਨੂੰ ਸਮਝ ਕੇ ਅਸੀਂ ਵਧੀਆ ਐਸੇ ਲਿਖ ਸਕਦੇ ਹਾਂ। ਦੈਟ ਇਜ਼ ਇਨ ਫਰੰਟ ਆਫ ਯੂ ਹੈਵ ਟੂ ਕੰਸੀਡਰ ਦਿਸ ਮਾਰਕਿੰਗ ਕ੍ਰਾਈਟੇਰੀਆ ਇਫ ਯੂ ਵਾਂਟ ਟੂ ਗੈਟ ਹਾਇਰ ਸਕੋਰ ਇਨ ਆਇਲਸ ਰਾਈਟਿੰਗ ਟਾਸਕ 1 ਐਜ਼ ਵੈਲ ਐਜ਼ ਟਾਸਕ 2। ਸੋ ਹੋਪ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ, ਸਮਝ ਵੀ ਲੱਗਿਆ ਹੋਊਗਾ ਜੋ ਮੈਂ ਸਮਝਾਉਣਾ ਚਾਹੁੰਦਾ। ਨੈਕਸਟ ਵੀਡੀਓ ਦੇ ਵਿੱਚ ਐਸੇ ਲੈ ਕੇ ਆਊਂਗਾ ਸਟੂਡੈਂਟ 6 ਬੈਂਡਸ ਦਾ। 6 ਬੈਂਡ ਕਿਵੇਂ ਆਏ ਉਸ ਐਸੇ ਦੇ ਵਿੱਚ ਉਹ ਸਮਝਾਂਗੇ। ਉਸ ਤੋਂ ਬਾਅਦ ਹਾਇਰ ਬੈਂਡਸ ਦੀ ਵੀ ਗੱਲ ਕਰੂੰਗਾ। ਤੁਸੀਂ ਅਗਰ ਇੰਪਰੂਵ ਕਰਨਾ ਤਾਂ ਇਹਨਾਂ ਵਿੱਚੋਂ ਕਿਹੜੀ ਚੀਜ਼ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਅਗਰ ਆਪਾਂ ਸਕੋਰ ਇੰਪਰੂਵ ਕਰਨਾ ਚਾਹੁੰਦੇ ਹਾਂ। ਸੋ ਸਟੂਡੈਂਟ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਬਾਕੀਆਂ ਦੇ ਨਾਲ। ਔਰ ਇਸ ਤਰੀਕੇ ਨਾਲ ਚੰਗੇ ਤਰੀਕੇ ਦੇ ਨਾਲ ਸਮਝਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਗਰ ਤੁਸੀਂ ਕਲਾਸਿਸ ਜੁਆਇਨ ਕਰਨੀਆਂ ਤਾਂ ਨੰਬਰ ਨੀਚੇ ਦਿੱਤਾ ਹੋਇਆ ਕਾਲ ਕਰ ਸਕਦੇ ਹਾਂ। ਥੈਂਕ ਯੂ।